ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਪ੍ਰਾਈਮ ਡਿਬੇਟ ਦੇ ਵਿੱਚ ਗੱਲਬਾਤ ਹੋਏਗੀ NIA ਦੇ ਐਕਸ਼ਨ ਦੀ। NIA ਵੱਲੋਂ ਜੋ ਨੋਟਿਸ ਭੇਜੇ ਗਏ ਨੇ ਕਈ ਵਿਅਕਤੀਆਂ ਨੂੰ, ਉਹਨਾਂ ਨੂੰ ਸੱਦਿਆ ਗਿਆ ਹੈ ਜਾਂਚ ਦੇ ਲਈ ਔਰ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਪ੍ਰਤੀਕਰਮ ਆ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਇਸ ਤੇ ਗਹਿਰੀ ਨਾਰਾਜ਼ਗੀ ਜਤਾਈ ਹੈ। ਜੋ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਦੇ ਨਾਲ, ਉਸ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਨੇ ਆਪਣਾ ਇਤਰਾਜ਼ ਜ਼ਾਹਿਰ ਕੀਤਾ ਸੀ। ਹੁਣ ਇਹਨਾਂ ਨੋਟਿਸਿਸ ਨੂੰ ਕਿਸਾਨ ਜਥੇਬੰਦੀਆਂ ਕਿਸ ਤਰੀਕੇ ਨਾਲ ਲੈ ਰਹੀਆਂ ਨੇ ਔਰ ਇਸ ਸਭ ਤੇ ਸਰਕਾਰ ਦਾ ਤਰਕ ਕੀ ਹੈ, ਖਾਸ ਤੌਰ ਤੇ ਕੇਂਦਰ ਸਰਕਾਰ ਦਾ ਜਾਂ ਕਹੀਏ BJP ਦਾ ਤਰਕ ਕੀ ਹੈ, ਇਸ ਸਭ ਤੇ ਵਿਸਤਾਰ 'ਚ ਗੱਲਬਾਤ ਕਰਾਂਗੇ। ਸੋ ਅੱਜ ਦਾ ਸਾਡਾ ਮੁੱਦਾ ਡਿਬੇਟ ਦਾ, ਚਰਚਾ ਦਾ ਇਹੀ ਹੈ ਜੋ NIA ਵੱਲੋਂ ਨੋਟਿਸਿਸ ਭੇਜੇ ਗਏ ਨੇ, ਉਹਨਾਂ ਦੇ ਮਾਇਨੇ ਕੀ ਨੇ ਤੇ ਉਹਨਾਂ ਦੀ ਟਾਈਮਿੰਗ ਨੂੰ ਕਿਸ ਲਿਹਾਜ਼ ਨਾਲ ਦੇਖਿਆ ਜਾ ਰਿਹਾ ਹੈ। ਸੋ ਜੇ ਕਿਸਾਨ ਆਗੂਆਂ ਦਾ ਜ਼ਿਕਰ ਕਰੀਏ ਤਾਂ ਬਲਦੇਵ ਸਿੰਘ ਸਿਰਸਾ ਜਿਹੜੇ ਲਗਾਤਾਰ ਉਹਨਾਂ ਜਥੇਬੰਦੀਆਂ ਦਾ ਹਿੱਸਾ ਨੇ, ਸਰਕਾਰ ਦੀਆਂ ਮੀਟਿੰਗਾਂ ਦਾ ਹਿੱਸਾ ਹੁੰਦੇ ਨੇ, ਉਹਨਾਂ ਨੂੰ ਨੋਟਿਸ ਆਇਆ ਹੈ ਔਰ ਉਹਨਾਂ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ। ਹੋਰ ਵੀ ਕਈ ਵਿਅਕਤੀਆਂ ਨੂੰ ਨੋਟਿਸ ਆਏ ਨੇ। ਫਿਲਮ ਅਦਾਕਾਰ ਦੀਪ ਸਿੱਧੂ, ਉਹਨਾਂ ਦੇ ਭਰਾ, ਕਈ ਪੱਤਰਕਾਰ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਨੋਟਿਸ ਆਏ ਨੇ। ਸੋ ਬਲਦੇਵ ਸਿੰਘ ਸਿਰਸਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਔਰ ਆਪਣੀ ਮਜਬੂਰੀ ਵੀ ਦੱਸੀ ਹੈ ਕਿ ਨਿੱਜੀ ਕਾਰਨਾਂ ਕਰਕੇ ਉਹ ਫਿਲਹਾਲ NIA ਦੇ ਸਾਹਮਣੇ ਪੇਸ਼ ਨਹੀਂ ਹੋ ਸਕਦੇ। ਹੋਰ ਵੀ ਜਿਨ੍ਹਾਂ ਲੋਕਾਂ ਨੂੰ ਨੋਟਿਸ ਆਏ ਨੇ, ਪਹਿਲਾਂ ਇੱਕ ਰਿਪੋਰਟ ਦਿਖਾਉਣੇ ਆ, ਫਿਰ ਉਸ ਤੋਂ ਬਾਅਦ ਮਹਿਮਾਨ ਸਾਡੇ ਨਾਲ ਜੁੜਨਗੇ ਔਰ ਅਸੀਂ ਚਰਚਾ ਨੂੰ ਅੱਗੇ ਵਧਾਵਾਂਗੇ। कि ये आदमी जड़ा है वो साडे खिलाफ बहुत ज़्यादा पर्देफाश साडे कर रहा है। सरकार दियां जो पॉलिसियां ने उन्होंने लोगों के सामने उजागर कर रहा है, जिस करके मेरे खिलाफ जड़ा ये NIA ने जड़ा वो नोटिस मैनू जड़ा जारी किया, यही चक्कर। दस दईए कि बलदेव सिरसा ਸਿੰਘੂ ਬਾਰਡਰ ਤੇ किसान अंदोलन ਨੂੰ ਮਜ਼ਬੂਤੀ ਦੇ ਰਹੇ ਨੇ। ਕਿਸਾਨਾਂ ਦੇ ਹੱਕ ਦੇ ਵਿੱਚ ਸਰਕਾਰ ਦੇ ਖਿਲਾਫ ਅੰਦੋਲਨ ਕਰ ਰਹੇ ਨੇ। ਉਹਨਾਂ ਦੇ ਉੱਪਰ ਹੁਣ NIA ਨੇ ਸ਼ਿਕੰਜਾ ਕੱਸ ਦਿੱਤਾ ਹੈ। ਹਾਲਾਂਕਿ ਉਹ ਇਸ ਕਾਰਵਾਈ ਨੂੰ ਸਾਜ਼ਿਸ਼ ਦੱਸ ਰਹੇ ਨੇ ਅਤੇ ਉਹਨਾਂ ਦਾ ਇਲਜ਼ਾਮ ਹੈ ਕਿ ਕਿਸਾਨ ਅੰਦੋਲਨ ਦੇ ਕਾਰਨ ਹੀ ਉਹਨਾਂ ਦੇ ਖਿਲਾਫ ਇਹ ਐਕਸ਼ਨ ਹੋਇਆ। ਦਿੱਲੀ ਤੋਂ ਸ਼ੰਕਰ ਆਨੰਦ ਦੇ ਨਾਲ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18। ਇਸ ਮੁੱਦੇ ਤੇ ਵੱਖ-ਵੱਖ ਪ੍ਰਤੀਕਰਮ ਵੀ ਸਾਹਮਣੇ ਆ ਰਹੇ ਨੇ। ਕਿਸਾਨ ਆਗੂ ਕੀ ਕਹਿ ਰਹੇ ਨੇ, ਤੁਹਾਨੂੰ ਜੋਗਿੰਦਰ ਸਿੰਘ ਉਗਰਾਹਾਂ ਦਾ ਇੱਕ ਬਿਆਨ ਸੁਣਾਉਣੇ ਆ ਔਰ ਸਰਕਾਰ ਦਾ ਪੱਖ ਕੀ ਹੈ ਜਾਂ BJP ਦਾ ਪੱਖ ਕੀ ਹੈ। ਵਿਜੇ ਸਾਂਪਲਾ ਨੇ ਇਸ ਤੇ ਪ੍ਰਤੀਕਰਮ ਦਿੱਤਾ ਹੈ। ਦੋਨੇ ਪ੍ਰਤੀਕਰਮ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ। ਪ੍ਰੈਸ਼ਰ ਪਾ ਰਹੇ ਨੇ ਵੀ ਜਿਹੜੀਆਂ ਇਹਨਾਂ ਸੰਸਥਾਵਾਂ ਜਿਹੜੀਆਂ ਵੀ ਇਹਨਾਂ ਨੂੰ ਮਦਦ ਕਰਦੇ ਨੇ ਸੰਸਥਾਵਾਂ, ਉਹਨਾਂ ਨੂੰ ਨੋਟਿਸ ਭੇਜ ਕੇ ਵੀ ਉਹਨਾਂ ਦੀ ਇਹ ਮਦਦ ਦੀ ਕੱਟ ਕਰਨ ਦੀ ਸਲਾਹ ਹੈ। ਇਹ ਇੱਥੇ ਤੱਕ ਸੀਮਿਤ ਨਹੀਂ ਰਹਿਣੇ। ਇਹਨਾਂ ਨੇ ਸਾਡਾ ਰਾਸ਼ਨ ਸਪਲਾਈ ਵੀ ਰੋਕਣਾ। ਇਹਨਾਂ ਨੇ ਪਿੱਛੇ ਪਾਸੋਂ ਜਿਹੜੇ ਬੰਦੇ ਆਉਂਦੇ ਨੇ ਉਹਨਾਂ ਨੂੰ ਵੀ ਰੋਕਣਾ ਹੈ। ਇਹਨਾਂ ਨੇ ਸਾਰੇ ਹੱਥਕੰਡੇ ਵਰਤ ਕੇ ਦੇਖਣੇ ਆ। ਇਹ ਹੱਥਕੰਡੇ ਵਰਤਣ NIA ਦੀ ਅਸੀਂ ਨੋਟ ਕਰਾ ਕੇ ਅਸੀਂ ਤੋਮਰ ਨੂੰ ਵੀ ਐਂ ਦੱਸੋ ਵੀ ਕੋਈ ਬੱਸਾਂ ਵਾਲਾ ਜੇ ਬੱਸਾਂ ਭੇਜ ਦਿੰਦਾ ਹੈ ਬੰਦਿਆਂ ਨੂੰ ਲੈ ਕੇ ਆਉਣ ਵਾਸਤੇ, ਉਹ ਫਰੀ ਕਿਉਂ ਭੇਜੀਆਂ ਨੇ, ਉਹ ਤੇ ਜਾ ਕੇ ਕਾਰਵਾਈ ਕਰਨਾ। ਜਾਂ ਕਿਸੇ ਨੇ ਗੀਤ ਲਿਖਤਾ, ਕਿਸੇ ਨੇ ਖਬਰ ਲਵਾਤੀ, ਉਹ ਤੇ ਕਾਰਵਾਈ ਕਰਨਾ। ਯਾਨੀ ਇਹ ਜਿਹੜੀਆਂ ਕਾਰਵਾਈਆਂ ਨੇ, ਇਹ ਨਿੰਦਣਯੋਗ ਕਾਰਵਾਈਆਂ ਨੇ। ਸਰਕਾਰ ਇਸ ਰਾਹ ਨਾ ਪਵੇ। ਦੂਜੇ ਪਾਸੇ ਇੱਕ ਪਾਸੇ ਗੱਲ ਚਲਾਈ ਜਾਂਦੀ, ਦੂਜੇ ਪਾਸੇ ਪ੍ਰੈਸ਼ਰ ਪਾਈ ਜਾਂਦੀ ਹੈ। ਇਹ ਸਰਕਾਰ ਦੀ ਇਹ ਪੱਤੇ ਨੇ। ਪਹਿਲਾਂ ਦੇਖੋ ਕਿੰਨੇ देखो इन्हां चीज़ां नूं मेरा ख्याल किसान अंदोलन नाल नहीं जोड़ना चाहिए। NIA तो
ਸਾਰਾ ਸਾਲ ਹੀ ਉਹਨਾਂ ਦੇ ਪੂਰਾ ਜਿੰਨਾ ਚਿਰ ਉਹਨਾਂ ਦਾ ਇੱਕ ਅਦਾਰਾ ਆ ਉਹ ਇੰਡੀਪੈਂਡੈਂਟ ਅਦਾਰਾ ਆ ਔਰ ਉਹਨਾਂ ਦਾ ਜਿਹੜਾ ਆ ਕੰਮ ਆ ਉਹਨਾਂ ਨੂੰ ਕਰਨਾ ਦੇਣਾ ਚਾਹੀਦਾ। ਜੇ ਕਿਤੇ ਕੋਈ ਕੁਤਾਹੀਆਂ ਹੋਈਆਂ, ਹਵਾਲਾ ਕੇਸ ਹੋਇਆ ਜਾਂ ਮੰਨ ਲਓ ਮੈਂ ਕਹਿੰਦਾ ਕੋਈ ਵੀ ਕੁਤਾਹੀ ਹੋਈ ਹੈ, ਕਿਸੇ ਵੀ ਤਰ੍ਹਾਂ ਦੀ ਕੁਤਾਹੀ ਹੈ, ਅਗਰ ਜੇ ਕੀਤੀ ਹੈ ਤਾਂ ਫਿਰ ਤਾਂ ਉਹਦਾ ਕਾਨੂੰਨ ਦਾ ਜਿਹੜੇ ਡਰ ਹੋਣਾ ਚਾਹੀਦਾ। ਜੇ ਤੁਸੀਂ ਕਹਿੰਦੇ ਇੱਕ ਪਾਸੇ ਕਹਿੰਦੇ ਕਿ ਅਸੀਂ ਕੁਝ ਨਹੀਂ ਕੀਤਾ ਤਾਂ ਫਿਰ ਤੁਹਾਨੂੰ ਡਰ ਨਹੀਂ ਹੋਣਾ ਚਾਹੀਦਾ, ਫਿਰ ਤੁਹਾਨੂੰ ਉਹਦਾ ਖੈਰ ਮਖਦਮ ਕਰਦੇ ਹੋਏ ਉਹਦਾ ਸੰਭਾਲਣਾ ਚਾਹੀਦਾ ਔਰ ਦੁੱਧ ਦਾ ਦੁੱਧ ਪਾਣੀ ਦਾ। ਸੋ ਕਿਸਾਨ ਆਗੂ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਕੇਂਦਰ ਸਰਕਾਰ ਅਜਿਹੀਆਂ ਚਾਲਾਂ ਚੱਲ ਰਹੀ ਹੈ, ਪਰ ਕੇਂਦਰ ਸਰਕਾਰ ਦਾ ਤਰਕ ਇਹ ਹੈ ਕਿ ਇਹ ਇੱਕ ਰੂਟੀਨ ਕਾਰਵਾਈ ਹੈ। ਸੋ ਸਾਡਾ ਅੱਜ ਦਾ ਸਵਾਲ ਵੀ ਇਸੇ ਦੇ ਨਾਲ ਜੁੜਿਆ ਹੈ ਕਿ NIA ਦੀ ਕਾਰਵਾਈ ਨੂੰ ਕਿਸਾਨ ਅੰਦੋਲਨ ਨਾਲ ਜੋੜਨਾ ਸਹੀ ਹੈ? ਇਹ ਅੱਜ ਦਾ ਸਾਡਾ ਸਵਾਲ ਹੈ ਔਰ ਜਿਹੜੇ ਸਾਡੇ ਦਰਸ਼ਕ ਇਸ ਤੇ ਆਪਣੀ ਰਾਏ ਰੱਖਦੇ ਨੇ ਉਹ ਆਪਣੀ ਰਾਏ ਸਾਨੂੰ ਭੇਜ ਸਕਦੇ ਨੇ। News 18 PHH ਜਿਹੜੇ ਹਾਂ ਸਮਝਦੇ ਨੇ ਉਹ Y ਟਾਈਪ ਕਰਕੇ ਭੇਜ ਸਕਦੇ ਨੇ, ਨਾ ਦੇ ਲਈ News 18 PHH N ਟਾਈਪ ਕਰਕੇ ਭੇਜ ਦਿਓ 56677 ਤੇ ਔਰ ਇਸ ਦਾ ਜਵਾਬ ਅਸੀਂ ਇਸ ਡਿਬੇਟ ਦੇ ਅੰਤ ਦੇ ਵਿੱਚ ਦੇਵਾਂਗੇ ਜਿੰਨੇ ਵੀ ਦਰਸ਼ਕ ਸਾਨੂੰ ਆਪਣਾ ਵਿਊ ਪੁਆਇੰਟ ਭੇਜਣਗੇ। ਸੋ ਸਾਡੀ ਅੱਜ ਦੀ ਡਿਬੇਟ ਇਸੇ ਤੇ ਆਧਾਰਿਤ ਰਹੇਗੀ, ਕਿਸਾਨ ਅੰਦੋਲਨ ਦੇ ਵਕਤ ਹੀ ਕਿਸਾਨ ਲੀਡਰਾਂ ਤੇ NIA ਦੀ ਕਾਰਵਾਈ ਕਿਉਂ ਹੋਈ ਹੈ, ਯਾਨੀ ਇਸ ਦੀ ਟਾਈਮਿੰਗ ਜਿਹੜੀ ਹੈ ਉਸ ਦੀ ਟਾਈਮਿੰਗ ਨੂੰ ਲੈ ਕੇ ਬੜੇ ਸਵਾਲ ਚੱਕੇ ਜਾ ਰਹੇ ਨੇ। ਭਾਵੇਂ BJP ਲੀਡਰ ਇਸ ਨੂੰ ਰੂਟੀਨ ਕਾਰਵਾਈ ਦੱਸਦੇ ਨੇ ਪਰ ਇਸ ਦੀ ਟਾਈਮਿੰਗ ਨੂੰ ਲੈ ਕੇ ਬਹੁਤ ਵੱਡੇ ਸਵਾਲ ਨੇ। ਕਿਸਾਨ ਅੰਦੋਲਨ ਦੇ ਸਮੇਂ ਸਰਕਾਰੀ ਏਜੰਸੀਆਂ ਦੀ ਕਾਰਵਾਈ ਦੇ ਮਾਇਨੇ ਕੀ ਨੇ? ਕੀ ਕਿਸਾਨ ਲੀਡਰਾਂ ਅਤੇ ਅੰਦੋਲਨ ਸਮਰਥਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ? ਇਹ ਅੱਜ ਦਾ ਸਾਡਾ ਸਵਾਲ ਹੈ। ਕੀ ਇਹ ਵੀ ਸਵਾਲ ਹੈ ਕਿ NIA ਦੀ ਕਾਰਵਾਈ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜਨਾ ਠੀਕ ਹੈ? ਕੀ NIA ਦੀ ਕਾਰਵਾਈ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ ਜਾਂ ਨਹੀਂ? NIA ਦੀ ਕਾਰਵਾਈ ਦੀ ਟਾਈਮਿੰਗ ਤੇ ਸਵਾਲ ਉੱਠ ਰਹੇ ਨੇ। NIA ਦੀ ਕਾਰਵਾਈ ਦਾ ਕਿਸਾਨ ਅੰਦੋਲਨ ਤੇ ਕੀ ਕੋਈ ਅਸਰ ਪਏਗਾ? ਇਹ ਵੀ ਬਹੁਤ ਵੱਡਾ ਸਵਾਲ ਹੈ। ਸੋ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ ਔਰ ਉਹਨਾਂ ਦੇ ਨਾਲ ਅਸੀਂ ਇਸ ਚਰਚਾ ਨੂੰ ਅੱਗੇ ਵਧਾਵਾਂਗੇ। ਦੋ ਮਹਿਮਾਨ ਸਾਡੇ ਨਾਲ ਜੁੜੇ ਨੇ। ਰੰਜਨ ਲਖਨਪਾਲ ਨੇ, ਹਿਊਮਨ ਰਾਈਟਸ ਐਕਟਿਵਿਸਟ ਨੇ, ਲਾਇਰਸ ਫॉर ਹਿਊਮਨ ਰਾਈਟ ਇੰਟਰਨੈਸ਼ਨਲ ਤੋਂ, ਪੰਜਾਬ ਹਰਿਆਣਾ ਵਕੀਲ ਨੇ, ਔਰ BJP ਤੋਂ ਸਾਡੇ ਨਾਲ ਅਨਿਲ ਸਰੀਨ ਸਾਹਿਬ ਜੁੜ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਦੋਨਾਂ ਮਹਿਮਾਨਾਂ ਦਾ। ਪਹਿਲਾ ਸਵਾਲ ਸਰੀਨ ਸਾਹਿਬ ਤੁਹਾਡੇ ਤੋਂ, ਸਿੱਧੇ ਸਪਸ਼ਟ ਸਵਾਲ। ਇਸ ਵੇਲੇ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ, ਐਸੇ ਵਿੱਚ ਸਰਕਾਰੀ ਏਜੰਸੀਆਂ ਦੀ ਕਾਰਵਾਈ ਦੇ ਮਾਇਨੇ ਕੀ ਨੇ? ਉਸ ਦੀ ਟਾਈਮਿੰਗ ਨੂੰ ਲੈ ਕੇ ਸਿੱਧੇ ਸਵਾਲ ਉੱਠ ਰਹੇ ਨੇ ਔਰ ਸਿੱਧਾ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਅੰਦੋਲਨ ਨੂੰ ਸਾਬੋਟਾਜ ਕਰਨ ਦੇ ਲਈ ਸਰਕਾਰ ਇਹੋ ਜਿਹੇ ਪੈਂਤੜੇ ਅਪਣਾ ਰਹੀ ਹੈ, ਇਹੋ ਜਿਹੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸਰੀਨ ਸਾਹਿਬ। ਵਿਜੇ ਜੀ ਇਹ ਗੱਲ ਕਹਿਣੀ ਕਿ NIA ਦਾ ਐਕਸ਼ਨ ਕਿਸਾਨੀ ਅੰਦੋਲਨ ਦੇ ਨਾਲ ਸੰਬੰਧਿਤ ਹੈਗਾ ਜਾਂ ਉਹਦੇ ਵਿੱਚ ਉਹਨੂੰ ਕੁਝ ਕਿਸੇ ਤਰੀਕੇ ਨਾਲ ਰੁਕਾਵਟਾਂ ਪਾਉਣ ਵਾਲਾ, ਮੈਂ ਉਸ ਗੱਲ ਨਾਲ ਬਿਲਕੁਲ ਐਗਰੀ ਨਹੀਂ ਕਰਦਾ। NIA ਸਾਡੀ ਇੱਕ ਪ੍ਰੀਮੀਅਰ ਏਜੰਸੀ ਹੈ ਜਿਹੜੀ ਕਿ ਅਲੱਗ-ਅਲੱਗ ਥਾਵਾਂ ਤੋਂ ਜੋ ਇਨਫੋਰਮੇਸ਼ਨ ਉਹਦੇ ਕੋਲ ਗੈਦਰ ਹੁੰਦੀ ਹੈ ਉਹਦੇ ਬੇਸਿਸ ਉੱਤੇ ਕਾਰਵਾਈ ਕਰਦੀ ਹੈ। ਔਰ ਜਿਹੜੇ ਇਹ ਵੀ ਇਸ਼ੂਜ਼ ਜਿਹੜੇ ਆ ਹੁਣ ਆਪਾਂ ਕਹਿ ਰਹੇ ਹਾਂ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਜੇ ਕਿਸਾਨ ਦਾ ਅੰਦੋਲਨ ਚੱਲ ਰਿਹਾ ਤੇ ਆਪਾਂ ਜਿਹੜੇ ਦੇਸ਼ ਵਿਰੋਧੀ ਜੇ ਕੋਈ ਕਾਰਵਾਈਆਂ ਹੋ ਰਹੀਆਂ ਨੇ ਤੇ ਉਹਦੀ ਅੱਖਾਂ ਬੰਦ ਕਰ ਲਈਏ। ਐਸਾ ਤਾਂ ਨਹੀਂ ਹੋ ਸਕਦਾ ਨਾ। ਏਜੰਸੀਜ਼ ਨੇ ਆਪਣਾ ਕੰਮ ਕਰਨਾ ਔਰ ਜੇ ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਜੇ ਕੁਝ ਲੋਕ ਸ਼ਰਾਰਤੀ ਲੋਕ, ਮੈਂ ਕਿਸਾਨ ਨੂੰ ਨਹੀਂ ਕਹਿ ਰਿਹਾ, ਮੈਂ ਪਹਿਲਾਂ ਸਪਸ਼ਟ ਕਰ ਦਿਆਂ, ਕਿਸਾਨ ਨਹੀਂ ਪਰ ਸਰੀਨ ਸਾਹਿਬ ਸਵਾਲ ਇਹ ਹੈ ਵੀ ਜਿਹੜੇ ਲੋਕ ਕਿਸਾਨ ਅੰਦੋਲਨ ਦੇ ਨਾਲ ਐਸੋਸੀਏਟਡ ਨੇ, ਉਹਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਹੀ ਨੋਟਿਸ ਆ ਰਹੇ ਆ। ਨਹੀਂ ਕਿਸੇ ਵੀ ਰੂਪ ਚ ਜੁੜੇ ਹੋਣ, ਭਾਵੇਂ ਕੋਈ ਟਰਾਂਸਪੋਰਟਰ ਹੈ, ਕੋਈ ਫਿਲਮ ਅਦਾਕਾਰ ਹੈ, ਕੋਈ ਕਲਾਕਾਰ ਹੈ, ਕੋਈ ਕਿਸਾਨ ਲੀਡਰ ਹੈ, ਕੋਈ ਆਗੂ ਹੈ, ਸਾਰੇ ਸਿੱਧੇ ਜਾਂ ਸਿੱਧੇ ਰੂਪ ਚ ਜੁੜੇ ਕਿਸਾਨ ਅੰਦੋਲਨ ਨਾਲ। ਜੀ ਤੁਸੀਂ ਜਾਂ ਕੋਈ ਹੋਰ ਏਜੰਸੀ ਇਹ 100% ਗਾਰੰਟੀ ਲਿਖ ਕੇ ਦੇ ਸਕਦੀ ਹੈ ਕਿ ਜਿੰਨੇ ਵੀ ਬੰਦੇ ਕਿਸਾਨ ਅੰਦੋਲਨ ਚ ਪਾਰਟਿਸਿਪੇਟ ਕਰਦੇ ਪਏ ਆ, ਚਾਹੇ ਉਹ ਚੁੱਕੜ ਉਹਨਾਂ ਦਾ ਕਿਸਾਨੀ ਹੋਵੇ, ਉਹ ਕਿਸੇ ਤਰ੍ਹਾਂ ਦੀ ਕਾਰਵਾਈ ਗਲਤ ਹਰਕਤਾਂ ਦੇ ਵਿੱਚ ਸ਼ਾਮਲ ਨਹੀਂ ਹੋਣਗੇ, ਇਹਦਾ ਕੋਈ ਸਰਟੀਫਿਕੇਟ ਦੇ ਸਕਦਾ? ਸਵਾਲ ਸਿਰਫ ਇੰਨਾ ਹੈਗਾ ਕਿ ਜੇ ਕੁਝ ਲੋਕ ਉਹਦੀ ਆੜ ਦੇ ਵਿੱਚ ਕਿਸਾਨ ਹੋਣ ਦੇ ਨਾਤੇ ਵੀ ਕੋਈ ਐਸਾ ਕੰਮ ਕਰ ਰਹੇ ਨੇ ਜਿਹਦੇ ਨਾਲ ਇਸ ਜਿਹੜੀ ਐਜੀਟੇਸ਼ਨ ਹੈ ਉਹਨੂੰ ਢਾਲ ਲੱਗੇ ਔਰ ਇਹਦੀ ਆੜ ਦੇ ਜੋ ਆਪਣੀ ਰੋਟੀਆਂ ਵੀ ਸੇਕ ਸਕਣ, ਇਹ ਸਵਾਲ ਸਿਰਫ ਉਹਨਾਂ ਵਾਸਤੇ ਹੈ।
ਔਰ ਮੈਂ ਤੁਹਾਨੂੰ ਇੱਕ ਮੇਰੀ ਬੇਨਤੀ ਹੈ, ਮੈਨੂੰ ਇੱਕ ਇਜਾਜ਼ਤ ਦੇਣਾ, ਮੈਂ ਤੁਹਾਨੂੰ ਇੱਕ ਆਡੀਓ ਸੁਣਾਉਣੀ ਚਾਹਨਾ, ਔਰ ਉਹ ਵੀ ਜਿਹੜੀ ਹੈਗੀ ਹੈ ਕਿਸਾਨ ਨੇਤਾਵਾਂ ਦੀ ਹੈ, ਸਾਡੀ ਨਹੀਂ ਗੀ। ਔਰ ਰਾਜੇਵਾਲ ਸਾਹਿਬ ਕੀ ਕਹਿੰਦੇ ਪਏ ਨੇ ਤੁਸੀਂ ਆਪ ਸੁਣ ਲਓ, ਉਹਦੇ ਬਾਅਦ ਮੈਨੂੰ ਲੱਗਦਾ ਹੈ ਕਿ ਨੋਟਿਸ ਦਾ ਪ੍ਰਸ਼ਨ ਹੀ ਜਿਹੜਾ ਹੈਗਾ ਹੈ ਤੁਹਾਨੂੰ ਕਲੀਅਰ ਹੋ ਜਾਏਗਾ। ਮੈਂ ਸੁਣਾਉਣੀ ਉਹਨਾਂ ਦੀ ਤਾਂ ਅਸੀਂ ਸਾਰੀ ਸਪੀਚ ਸੁਣੀ ਹੈ ਜੀ। ਆ ਇੱਕ ਸੁਣ ਲਓ। ਆਵਾਜ਼ ਸਰੀਨ ਸਾਹਿਬ ਆਵਾਜ਼ ਨਹੀਂ ਆ ਰਹੀ ਇਹਦੀ, ਉਹ ਕਿਉਂਕਿ ਤੁਸੀਂ ਸਕਾਈਪ ਦੇ ਥਰੂ ਜੁੜੇ ਹੋਏ ਹੋ, ਜੇ ਮਾਈਕ ਹੋਵੇ ਤਾਂ ਆਵਾਜ਼ ਜ਼ਿਆਦਾ ਕਲੀਅਰ ਆਉਂਦੀ ਹੈ। ਮੈਂ ਸਮਝ ਗਿਆ, ਵੈਸੇ ਮੈਂ ਸਮਝ ਗਿਆ ਤੁਸੀਂ ਕਿਸ ਆਡੀਓ ਦੀ ਗੱਲ ਕਰ ਰਹੇ ਹੋ। ਦਰਅਸਲ ਰਾਜੇਵਾਲ ਸਾਹਿਬ ਨੇ ਜੋ ਸਪੀਚ ਦਿੱਤੀ ਸੀ ਉਹਦੇ ਵਿੱਚ ਉਹਨਾਂ ਨੇ ਅਲਰਟ ਕੀਤਾ ਸੀ ਜਿਹੜੇ ਮੋਰਚੇ 'ਚ ਲੋਕ ਸ਼ਾਮਲ ਨੇ ਉਹਨਾਂ ਨੂੰ, ਔਰ ਉਹਨਾਂ ਨੇ ਕਿਹਾ ਸੀ ਕਿ ਇਹ ਸਤਰਕਤਾ ਵਰਤਣੀ ਬਹੁਤ ਜ਼ਰੂਰੀ ਹੈ ਕਿ ਕੁਝ ਐਸੇ ਅਰਾਜਕ ਤੱਤ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਕੇ ਉਹਨੂੰ ਸਾਬੋਟਾਜ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਇਸ ਕਰਕੇ ਉਹਨਾਂ ਨੇ ਕਿਹਾ ਅਲਰਟ ਹੋਣਾ। ਪਹਿਲੀ ਗੱਲ ਸੁਣ ਲਓ ਮੇਰੀ ਗੱਲ। ਫਿਰ ਦੂਜੀ ਗੱਲ ਉਹਨਾਂ ਨੇ ਕਹੀ ਕਿ ਸਰਕਾਰਾਂ ਵੀ ਐਸੀਆਂ ਕੋਸ਼ਿਸ਼ਾਂ ਕਰਦੀਆਂ ਨੇ, ਉਹ ਆਪਣੇ ਬੰਦੇ ਪਲਾਂਟ ਕਰਕੇ ਭੇਜ ਦਿੰਦੀਆਂ ਨੇ ਔਰ ਫਿਰ ਉਸੇ ਚੀਜ਼ ਨੂੰ ਮੁੱਦਾ ਬਣਾਇਆ ਜਾਂਦਾ ਹੈ। ਸੋ ਸਾਨੂੰ ਸਤਰਕ ਹੋਣ ਦੀ ਜ਼ਰੂਰਤ ਹੈ। ਇਹ ਓਵਰਆਲ ਸੰਦਰਭ ਸੀ ਰਾਜੇਵਾਲ ਸਾਹਿਬ ਹੋਰਾਂ ਦੀ ਸਟੇਟਮੈਂਟ ਦਾ, ਬਿਆਨ ਦਾ। ਉਹਨਾਂ ਦੀ ਸਾਡੇ ਨਾਲ ਕਈ ਵਾਰੀ ਗੱਲ ਵੀ ਹੋਈ। ਇੱਕ ਮਿੰਟ ਬਰਾੜ ਸਾਹਿਬ, ਐਸੇ ਦੇ ਜਿਹੜਾ ਦੂਸਰਾ ਪਾਰਟ ਉਹਦਾ ਹੈਗਾ ਜਿਹੜਾ ਤੁਸੀਂ ਮੈਂ ਤੁਹਾਨੂੰ ਨਹੀਂ ਸੁਣਾ ਪਾਇਆ ਕਿਉਂਕਿ ਬਿਕੋਜ਼ ਆਪਣੀ ਥੋੜੀ ਜਿਹੀ ਉਹਦੇ ਵਿੱਚ ਫਰਕ ਆ ਰਿਹਾ ਹੈ। ਹਾਂਜੀ, ਉਹਦੇ ਵਿੱਚ ਦੂਸਰੀ ਚ ਕਿਹਾ ਕਿ ਇਸ ਐਜੀਟੇਸ਼ਨ ਦੇ ਵਿੱਚ ਕੁਝ ਲੋਕ ਇਸ ਨੂੰ ਧਾਰਮਿਕ ਪਾਸੇ ਲਿਜਾਣਾ ਚਾਹੁੰਦੇ ਨੇ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਸਾਡੀ ਕਿਸਾਨ ਐਜੀਟੇਸ਼ਨ ਦੇ ਵਿੱਚ ਇਹ ਕੰਮ ਨਾ ਕਰੋ। ਦੂਜੇ ਪਾਸੇ ਨਾਲ ਹੀ ਐਸੇ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕੁਝ ਲੋਕ ਖਾਲਿਸਤਾਨ ਦਾ ਏਜੰਡਾ ਲੈ ਕੇ ਇੱਥੇ ਆਏ ਨੇ। ਸਾਡੀ ਬੇਨਤੀ ਹੈ ਕਿ ਉਹ ਜਾ ਕੇ ਬਾਹਰ ਆਪਣਾ ਕੰਮ ਕਰਨ, ਸਾਡੀ ਕਿਸਾਨੀ ਐਜੀਟੇਸ਼ਨ ਦੇ ਵਿੱਚ ਧਾਰਮਿਕ ਜਾਂ ਖਾਲਿਸਤਾਨ ਦਾ ਇਸ਼ੂ ਨਾ ਲਿਆਣ। ਇਹ ਸਪੈਸਿਫਿਕ ਹੈਗਾ। ਮੈਂ ਪਰ ਉਹ ਤਾਂ ਸਰੀਨ ਸਾਹਿਬ ਮੇਰੀ ਗੱਲ ਸੁਣੋ, ਉਹ ਤਾਂ ਪਹਿਲੇ ਦਿਨੋਂ ਹੀ ਇਹ ਗੱਲ ਕਹਿੰਦੇ ਆ ਰਹੇ ਨੇ। ਉਹ ਤਾਂ ਪਹਿਲੇ ਦਿਨੋਂ ਹੀ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਜੇ ਕੋਈ ਬੰਦਾ ਕਿਸਾਨ ਅੰਦੋਲਨ ਤੋਂ ਹਟ ਕੇ ਕੋਈ ਚੀਜ਼ ਕਰਦਾ ਹੈ ਜਾਂ ਕੋਈ ਮੰਗ ਰੱਖਦਾ ਹੈ ਤਾਂ ਉਹਦੇ ਨਾਲ ਸਾਡਾ ਕਿ ਅਸੀਂ ਇਜਾਜ਼ਤ ਨਹੀਂ ਦੇਵਾਂਗੇ। ਉਹ ਤੇ ਪਹਿਲੇ ਦਿਨੋਂ ਹੀ ਕਲੀਅਰ ਕੱਟ ਕਹਿੰਦੇ ਆ ਰਹੇ ਨੇ। ਬਿਲਕੁਲ, ਮੈਂ ਬਰਾੜ ਸਾਹਿਬ ਇਹੀ ਗੱਲ ਕਹਿ ਰਿਹਾ। ਮੈਂ ਕਹਿ ਰਿਹਾ ਕਿਸਾਨ ਅੰਦੋਲਨ ਸਾਡਾ ਬੜਾ ਸ਼ਾਂਤਮਈ ਚੱਲ ਰਿਹਾ। ਸਾਡੇ ਕਿਸਾਨ ਭੈਣ ਭਰਾ ਸਾਡੇ ਆਪਣੇ ਨੇ ਔਰ ਬੜੇ ਸ਼ਾਂਤਮਈ ਤਰੀਕੇ ਨਾਲ ਚਲਾ ਰਹੇ ਨੇ। ਲੇਕਿਨ ਕੁਝ ਲੋਕ ਜਿਹੜੀਆਂ ਮਨਸ਼ਾਵਾਂ ਠੀਕ ਨਹੀਂ ਹੈਗੀਆਂ, ਉਹ ਇਹਦੀ ਆੜ ਦੇ ਵਿੱਚ ਕੁਝ ਸ਼ਰਾਰਤਾਂ ਕਰ ਸਕਦੇ ਨੇ ਜਾਂ ਕਰ ਰਹੇ ਨੇ। ਤੇ ਜੇ ਉਹਨਾਂ ਨੂੰ ਜੇ ਕਿਸੇ ਨੂੰ ਨੰਬਰ 2 ਦੂਸਰੀ ਚੀਜ਼ਾਂ ਨੋਟਿਸ ਆਇਆ ਵੀ ਹੈ, ਜੇ ਉਹ ਗਲਤੀ ਹੋਏਗਾ ਤੇ ਡਰਨ ਦੀ ਗੱਲ ਹੈ। ਤੁਹਾਨੂੰ ਜਾਂ ਮੈਨੂੰ ਡਰਨ ਦੀ ਕਾਹਦੀ ਗੱਲ? ਬਲਦੇਵ ਸਿੰਘ ਸਿਰਸਾ ਆਪਣੇ ਨਾਲ ਜੁੜਨਗੇ ਕੁਝ ਦੇਰ ਦੇ ਵਿੱਚ, ਉਹਨਾਂ ਨਾਲ ਤੋਂ ਵੀ ਆਪਾਂ ਰਿਐਕਸ਼ਨ ਲਵਾਂਗੇ। ਬਲਦੇਵ ਸਿੰਘ ਸਿਰਸਾ ਤੇ ਕਿਸਾਨ ਲੀਡਰ ਨੇ, ਉਹਨਾਂ ਦੀ ਜਥੇਬੰਦੀ ਹੈ ਔਰ 8 ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ। ਹਰ ਮੀਟਿੰਗ 'ਚੋਂ ਸਰਕਾਰ ਦੇ ਨਾਲ ਬੈਠੇ ਹੁੰਦੇ ਆ ਔਰ ਇਸ ਮੀਟਿੰਗ ਦੇ ਵਿੱਚ ਇਤਰਾਜ਼ ਵੀ ਜਤਾਇਆ ਗਿਆ ਕਿਸਾਨ ਆਗੂਆਂ ਵੱਲੋਂ ਕਿ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ ਔਰ ਦੂਸਰੇ ਪਾਸੇ ਇਹੋ ਜਿਹੀਆਂ ਕਾਰਵਾਈਆਂ ਹੋ ਰਹੀਆਂ, ਤਾਂ ਫਿਰ ਉਹ ਇੱਕ ਸੁਹਿਰਦ ਮਾਹੌਲ 'ਚ ਗੱਲਬਾਤ ਕਿਵੇਂ ਹੋਏਗੀ? ਮੈਂ ਬੜੀ ਕਲੀਅਰ ਫਿਰ ਇੱਕ ਵਾਰੀ ਬਰਾੜ ਸਾਹਿਬ ਕਰਦੇ ਹਾਂ ਵਿਜੇ ਜੀ ਕਿ ਕਮ ਸੇ ਕਮ ਕਿਸਾਨ ਐਜੀਟੇਸ਼ਨ ਨੂੰ ਔਰ ਇਹਨਾਂ ਦੋਨਾਂ ਚੀਜ਼ਾਂ ਨੂੰ ਸਾਨੂੰ ਅੱਡ ਰੱਖਣਾ ਪਏਗਾ। ਜੇ ਕਿਸਾਨ ਐਜੀਟੇਸ਼ਨ ਦੇ ਆੜ ਦੇ ਵਿੱਚ ਅਸੀਂ ਇਹ ਨਹੀਂ ਕਹਿ ਸਕਦੇ ਕਿ ਕਿਸਾਨ ਦੀ ਐਜੀਟੇਸ਼ਨ ਚੱਲਦੀ ਪਈ ਹੈ ਤੇ ਦੇਸ਼ ਦੇ ਵਿੱਚ ਖੁੱਲੀ ਛੁੱਟ ਮਿਲ ਗਈ, ਜਿਹੜਾ ਮਰਜ਼ੀ ਜੋ ਮਰਜ਼ੀ ਕਰ ਲਵੇ। ਚਲੋ ਆਪਕੇ ਇਹਨੂੰ ਸਾਨੂੰ ਕਿਹਨੂੰ ਅੱਡ ਰੱਖ ਕੇ ਚੱਲਣਾ ਪਏਗਾ। ਆਪਣੇ ਨਾਲ ਰੰਜਨ ਲਖਨਪਾਲ ਜੀ ਜੁੜੇ ਹੋਏ ਨੇ। ਰੰਜਨ ਲਖਨਪਾਲ ਜੀ ਸੀਨੀਅਰ ਹਿਊਮਨ ਰਾਈਟਸ ਐਕਟਿਵਿਸਟ ਨੇ। ਰੰਜਨ ਲਖਨਪਾਲ ਜੀ ਤੋਂ ਇੱਕ ਛੋਟਾ ਜਿਹਾ ਕਮੈਂਟ ਲੈ ਲੈਂਦੇ ਆ। ਲਖਨਪਾਲ ਜੀ, ਤੁਸੀਂ ਸੁਣਿਆ ਹੋਣਾ ਅਨਿਲ ਸਰੀਨ ਹੋਰਾਂ ਨੂੰ NIA ਦੀ ਕਾਰਵਾਈ ਨੂੰ ਇੱਕ ਰੂਟੀਨ ਕਾਰਵਾਈ ਦੱਸ ਰਹੇ ਨੇ ਔਰ ਕਹਿ ਰਹੇ ਨੇ ਇਹਦਾ ਕਿਸਾਨ ਅੰਦੋਲਨ ਨਾਲ ਕੋਈ ਮਤਲਬ ਨਹੀਂ ਹੈ। ਸੋ ਬੀਇੰਗ ਏ ਹਿਊਮਨ ਰਾਈਟ ਐਕਟਿਵਿਸਟ, ਤੁਸੀਂ ਇਸ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਹੋ ਇਸ ਕਾਰਵਾਈ ਨੂੰ? ਲਖਨਪਾਲ ਜੀ देखो जी, यह बिल्कुल गलत है। यह कहना कि रूटीन मैटर है और किस बलदेव सिंह सरसा के खिलाफ या किसी होर गायक के खिलाफ जो भी कार्रवाई हो रही है, यह सरासर महसूस हो रहा है आम लोगों को भी कि शरेआम धक्का है और एक कोशिश की जा रही है टू सुप्रेस द मूवमेंट ऑफ फार्मर्स इन एन अनडेमोक्रेटिक मैनर। और जिस तरह इन्होंने सारे ते जोर पा रहा जा रहा है कि अपनी जी जिद है अपनी छड्डन और किसी तरह गवर्नमेंट की लाइन फॉलो करन, मैं समझदा कि दिस कैन नॉट बी एक्सेप्टेड इन एनी सिविलाइज सोसाइटी। और जिस तरह इस धक्का करते पे ने, यह बिल्कुल गलत है। और जी एमरजेंसी के जो कुछ होया सीगा उदों सानू याद करना पैदा है कि हले के मोदी साहब खुद जड़े हैगे आ विक्टिम रहे ने एमरजेंसी के, मगर उसके बावजूद
ਜਿਹੜੀਆਂ ਕਰਤੂਤਾਂ ਕਰ ਰਹੇ ਨੇ ਸਾਨੂੰ ਯਾਦ ਕਰਾ ਦਿੰਦੀ ਹੈ ਉਸ ਐਮਰਜੈਂਸੀ ਨੂੰ, ਜਦੋਂ ਅਨਡੈਮੋਕ੍ਰੈਟਿਕ ਮੀਨਸ ਨਾਲ ਆਮ ਆਦਮੀ ਨੂੰ ਤਾਂ ਕੀਤਾ ਜਾਂਦਾ ਸੀ ਔਰ ਉਹਨਾਂ ਦੇ ਖਿਲਾਫ ਐਕਸ਼ਨ ਲਿੱਤਾ ਜਾਂਦਾ ਸੀ, ਉਹਨੂੰ ਅਰੈਸਟ ਕੀਤਾ ਜਾਂਦਾ ਸੀਗਾ। ਬਲਦੇਵ ਸਿੰਘ ਸਿਰਸਾ ਮੇਰੇ ਕਲਾਇੰਟ ਨੇ, ਮੈਂ ਉਹਨਾਂ ਨੂੰ ਜਾਣਦਾ ਬਹੁਤ ਚੰਗੀ ਤਰ੍ਹਾਂ। ਜੀ ਲਖਨਪਾਲ ਸਾਹਿਬ ਜੁੜ ਗਏ ਨੇ ਆਪਣੇ ਨਾਲ, ਸਿਰਸਾ ਸਾਹਿਬ ਜੁੜ ਗਏ ਨੇ, ਮੈਂ ਉਹਨਾਂ ਦਾ ਹੀ ਕਮੈਂਟ ਲੈ ਲਾਂ। ਬਲਦੇਵ ਸਿੰਘ ਸਿਰਸਾ ਜੀ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਤੁਸੀਂ 10 ਮਿੰਟ ਲੇਟ ਜੁੜੇ ਹੋ। ਸਾਡੇ ਨਾਲ ਰੰਜਨ ਲਖਨਪਾਲ ਜੀ ਜੁੜੇ ਹੋਏ ਨੇ, ਤੁਸੀਂ ਜਾਣਦੇ ਹੋ ਲਖਨਪਾਲ ਜੀ ਨੂੰ ਬੜੀ ਚੰਗੀ ਤਰ੍ਹਾਂ। ਅਨਿਲ ਸਰੀਨ ਸਾਹਿਬ ਨੇ ਬੀਜੇਪੀ ਤੋਂ, ਤੁਹਾਡੇ ਆਉਣ ਤੋਂ ਪਹਿਲਾਂ ਗੱਲਬਾਤ ਹੋ ਰਹੀ ਸੀ ਸਿਰਸਾ ਸਾਹਿਬ ਅਨਿਲ ਸਰੀਨ ਹੋਰਾਂ ਤੋਂ। ਮੈਂ ਇਹ ਪੁੱਛਿਆ ਸੀ ਕਿ ਇਸ ਦੀ ਟਾਈਮਿੰਗ ਨੂੰ ਲੈ ਕੇ ਜੋ ਸਵਾਲ ਨੇ ਜਾਂ ਕਿਸਾਨ ਆਗੂ ਜੋ ਗੱਲ ਕਹਿ ਰਹੇ ਨੇ, ਮੈਂ ਜ਼ਿਆਦਾ ਲੰਬਾ ਸਵਾਲ 'ਚ ਨਹੀਂ ਪਾਉਂਗਾ। ਤੁਸੀਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਤੁਸੀਂ ਇਸ ਕਾਰਵਾਈ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਹੋ? ਅਨਿਲ ਸਰੀਨ ਜੀ ਕਹਿ ਰਹੇ ਨੇ ਇਹਦਾ ਕੋਈ ਸਬੰਧ ਨਹੀਂ ਕਿਸਾਨ ਅੰਦੋਲਨ ਦੇ ਨਾਲ। ਮੈਂ ਸਰੀਨ ਜੀ ਨੂੰ ਇਹ ਬੇਨਤੀ ਕਰਾਂਗਾ ਕਿ ਜੇਕਰ ਇਸ ਕਾਰਵਾਈ ਨਾਲ ਸੰਬੰਧ ਨਹੀਂ ਤੇ ਇਹ ਇੰਨੇ ਥੋੜੇ ਸਮੇਂ ਦਾ ਜਿਹੜਾ ਨੋਟਿਸ ਹੈ ਕਿਸ ਗੱਲ ਤੇ ਦਿੱਤਾ ਗਿਆ ਔਰ WhatsApp ਤੇ ਹੈ, ਔਰ WhatsApp ਜਿੱਥੇ ਨੈਟਵਰਕ ਨਹੀਂ ਚੱਲਦੇ ਤੇ ਇਹਨਾਂ ਨੂੰ ਤਰੀਕ ਦਿੱਤੀ ਗਈ ਆ 15 ਤਰੀਕ ਨੂੰ ਇਹ ਨੋਟਿਸ ਜਾਰੀ ਕਰਦੇ ਆ ਤੇ 17 ਤਰੀਕ ਨੂੰ ਪੇਸ਼ ਹੋਣ ਵਾਸਤੇ ਕਿਹਾ ਗਿਆ। ਇੰਨੇ ਥੋੜੇ ਸਮੇਂ ਦੇ ਵਿੱਚ ਜਿੱਥੇ ਨੈਟਵਰਕ ਹੀ ਨਹੀਂ ਚੱਲਦਾ ਤੇ ਜਿਨ੍ਹਾਂ ਨੇ ਇਹ ਨੋਟਿਸ ਨਹੀਂ ਸਮਝ ਨਹੀਂ ਪੜਿਆ ਕਿ ਉਹਨਾਂ ਦੇ ਖਿਲਾਫ ਫਿਰ ਇਹ ਹੋਰ ਕਾਰਵਾਈ ਕਰਨਗੇ ਤੇ ਜੇ ਹੋਰ ਮੇਰੇ ਤੇ ਕੀ ਖਿਲਾਫ ਹੈ, ਇਹਨਾਂ ਕੋਲੇ ਕੀ ਸਬੂਤ ਨੇ? ਮੈਂ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਾਂਗਾ ਕਿ ਸਰਕਾਰ ਹੋਸ਼ੇ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਰਹੇ ਨੇ। ਇਹਨਾਂ ਨੇ ਹੁਣ ਤੱਕ ਇਸ ਐਜੀਟੇਸ਼ਨ ਨੂੰ ਫੇਲ ਕਰਨ ਵਾਸਤੇ ਬਹੁਤ ਹੱਥ ਕੰਡੇ ਅਪਣਾਏ ਆ, ਉਹਨਾਂ 'ਚ ਕਾਮਯਾਬ ਨਹੀਂ ਹੋਏ ਤੇ ਹੁਣ ਇਹ ਇਹਨਾਂ ਹਥਿਆਰਾਂ ਤੇ ਆ ਗਏ। ਸਿਰਸਾ ਜੀ, ਇੱਕ ਗੱਲ ਹੋਰ ਸਰੀਨ ਸਾਹਿਬ ਨੇ ਕਹੀ ਹੈ ਕਿ ਅੰਦੋਲਨ ਦੀ ਆੜ ਦੇ ਵਿੱਚ ਜੇ ਕੋਈ ਗੈਰ ਸਮਾਜਿਕ ਗਤੀਵਿਧੀ ਨੂੰ ਅੰਜਾਮ ਦਿੰਦਾ ਤਾਂ ਫਿਰ ਏਜੰਸੀਆਂ ਦਾ ਫਰਜ਼ ਹੈ ਉਸ ਚੀਜ਼ ਨੂੰ ਰੋਕਣਾ। ਇਸ ਤੇ ਤੁਹਾਡਾ ਪ੍ਰਤੀਕਰਮ ਕੀ ਹੈ? ਇਹ ਸਰਸੇ ਦਾ ਇਹ ਦੱਸ ਦੇਣ ਵੀ ਸਰਸੇ ਨੇ ਕੀ ਕੀਤਾ ਹੈ। ਮੇਰੇ ਰੰਜਨ ਲਖਨਪਾਲ ਜੀ ਜੇ ਕੋਈ ਬਹੁਤ ਲੰਮਾ ਸਮਾਂ ਮੇਰੇ ਨਾਲ, ਮੇਰੇ ਤੋਂ 1990 ਤੋਂ ਲੈ ਕੇ ਜਿਹੜਾ 90-91 ਤੋਂ ਲੈ ਕੇ ਮੇਰਾ ਇਹਨਾਂ ਦਾ ਮਿਲਾਪ ਹੈ 30 ਸਾਲ ਤੋਂ। 30 ਸਾਲ ਦੇ ਵਿੱਚ ਇਹ ਇੱਕ ਨਾਮਵਰ ਵਕੀਲ ਨੇ, ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਔਰ ਹੁਣ ਤੱਕ ਇਹਨਾਂ ਨੇ ਜੋ ਕੰਮ ਕੀਤੇ ਨੇ ਉਹ ਬੇਮਿਸਾਲ ਨੇ। ਔਰ ਮੈਂ ਇਹ ਗੱਲ ਕਹਾਂਗਾ ਕਿ ਹੁਣ ਤੱਕ ਮੈਨੂੰ ਇਹ ਤਾਂ ਦੱਸਣ ਵੀ ਮੈਂ ਆਪਣੇ ਕੰਮ ਗਿਣਾ ਸਕਦਾ ਕਿ ਜਿਹੜੇ ਮੈਂ ਮਨੁੱਖੀ ਹੱਕਾਂ ਦੇ ਵਾਸਤੇ ਕੀਤੇ ਨੇ, ਜੋ ਮੈਂ ਕਿਸਾਨੀ ਵਾਸਤੇ ਕੀਤੇ ਨੇ, ਜੋ ਮੈਂ ਜਿਹੜੇ ਆਮ ਲੋਕਾਂ ਦੇ ਨਾਲ ਲੁੱਟਾਂ ਕਰਦੇ ਨੇ, ਜ਼ਮੀਨਾਂ ਜਾਇਦਾਦਾਂ ਦੇ ਕਬਜ਼ੇ ਕਰਦੇ ਨੇ, ਜਿਹੜੇ ਦਰਿਆਵਾਂ ਦੇ ਵਹਾਅ ਨੂੰ ਬਦਲਦੇ ਨੇ, ਮੈਂ ਉਹ ਕਾਨੂੰਨ ਦੇ ਰਾਹੀਂ ਅਦਾਲਤਾਂ 'ਚ ਜਾ ਕੇ ਉੱਥੋਂ ਤੱਕ ਪਹੁੰਚ ਕੀਤੀ ਹੈ। ਮੈਂ ਉਹ ਗਿਣਾ ਸਕਦਾ ਤੇ ਇਹ ਮੈਨੂੰ ਦੱਸਣ ਵੀ ਮੈਂ ਹੁਣ ਜਿਹੜਾ ਇਹਨਾਂ 20 ਸਾਲਾਂ 30 'ਚ ਕੀ ਕੀਤਾ ਜਿਹੜਾ ਕਿ ਇਹਨਾਂ ਨੇ ਮੈਨੂੰ ਅੱਜ ਇਹ ਨੋਟਿਸ ਦਿੱਤਾ ਹੈ। ਸਰੀਨ ਸਾਹਿਬ ਦੱਸ ਸਕਦੇ ਹੋ? ਵਿਜੇ ਜੀ, ਮੈਂ ਅੱਗੇ ਵੀ ਕਹਿ ਸਕਿਆ ਸਿਰਸਾ ਜੀ ਬੈਠੇ ਨੇ, ਲਖਨਪਾਲ ਜੀ ਸਾਡੇ ਬਹੁਤ ਹੀ ਸੀਨੀਅਰ ਐਡਵੋਕੇਟ ਨੇ, ਮੈਂ ਬਹੁਤ ਸਤਿਕਾਰ ਕਰਦਾ ਉਹਨਾਂ ਦਾ ਜੀ। ਬੀਇੰਗ ਐਡਵੋਕੇਟ ਮੈਂ ਅਦਰਵਾਈਜ਼ ਵੀ ਰਿਗਾਰਡ ਕਰਦਾ ਉਹਨਾਂ ਦਾ। ਸਵਾਲ ਇਹ ਹੈਗਾ ਕਿ ਮੈਂ ਦੇਖੋ ਕੀ ਇਸ਼ੂ ਹੋਇਆ ਇਹ ਤੇ ਜਦੋਂ ਤੁਸੀਂ ਜਾਓਗੇ ਤੁਹਾਨੂੰ ਉਦੋਂ ਹੀ ਪਤਾ ਲੱਗੇਗਾ। ਔਰ ਮੈਂ ਬੜੀ ਕਲੀਅਰ ਗੱਲ ਕਰ ਰਿਹਾ, ਕਿਸਾਨੀ ਅੰਦੋਲਨ ਦੇ ਨਾਲ ਇਹਨਾਂ ਨੋਟਿਸ ਨੂੰ ਲਿੰਕ ਕਰਨਾ ਵਾਜਬ ਨਹੀਂ ਹੋਏਗਾ। ਤੁਸੀਂ ਦੀਪ ਸਿੱਧੂ ਦੀ ਗੱਲ ਆਈ, ਜਿਵੇਂ ਦੀਪ ਸਿੱਧੂ ਤੁਹਾਡਾ ਚੈਨਲ ਤੇ ਚੱਲ ਰਿਹਾ ਹੈ, ਦੀਪ ਸਿੱਧੂ ਨੂੰ ਇਹਨਾਂ ਨੇ ਆਪ ਬਾਹਰ ਕੱਢਿਆ ਆਪਣੇ ਐਜੀਟੇਸ਼ਨ ਤੋਂ, ਕਿਉਂਕਿ ਉਹਦੀ ਹਰਕਤਾਂ ਜਿਹੜੀਆਂ ਹੈਗੀਆਂ ਨੇ ਐਜੀਟੇਸ਼ਨ ਦੇ ਅਨੁਕੂਲ ਨਹੀਂ ਹੈਗੀਆਂ। ਕਿਸਾਨ ਜਥੇਬੰਦੀਆਂ ਨੇ ਬਾਹਰ ਕੱਢਿਆ ਨਾ ਆਪਣੀ ਐਜੀਟੇਸ਼ਨ ਤੋਂ, ਉਹਨੂੰ ਮੰਚਾਂ ਤੋਂ ਵੀ ਥੱਲੇ ਲਾਇਆ ਔਰ ਐਜੀਟੇਸ਼ਨ ਵਿੱਚ ਪਾਰਟਿਸਿਪੇਸ਼ਨ ਤੋਂ ਵੀ ਬਾਹਰ ਕੀਤਾ। ਐਸੇ ਕਿੰਨੇ ਪੇ ਸਾਡੇ ਜਿੱਥੇ ਸਾਡੇ ਕਿਸਾਨ ਵੀਰਾਂ ਦਾ, ਸਾਡੇ ਭੈਣ ਭਰਾਵਾਂ ਦਾ, ਸਾਡੇ ਨੇ ਉਹਨਾਂ ਦੀ ਐਜੀਟੇਸ਼ਨ ਹੈਗੀ ਬਿਲਕੁਲ ਪੀਸਫੁਲ ਚੱਲਦੀ ਪਈ ਹੈ, ਸ਼ਲਾਘਾਯੋਗ ਹੈ। ਲੇਕਿਨ ਜੇ ਕੋਈ ਉਹਨਾਂ ਕੋਲ ਇਸ਼ੂ ਆਇਆ ਹੈਗਾ ਏਜੰਸੀਜ਼ ਕੋਲੇ ਕਿ ਬਈ ਇਹ ਕਾਰਨਾ ਕਰਕੇ ਫਲਾਂ ਵਿਅਕਤੀ ਜਿਹੜਾ ਹੈਗਾ ਵਾ ਇਸ ਗਲਤ ਹਰਕਤ 'ਚ ਹੈਗਾ ਹੈ ਜਾਂ ਉਹਦੇ ਤੇ ਕੋਈ ਅੰਦੇਸ਼ਾ ਹੈਗਾ ਤੇ ਉਹਨੂੰ ਕਾਲ ਕਰਕੇ ਉਹ ਸਮਨ ਕਰਕੇ ਉਹਦੇ ਕੋਲ ਕਲੈਰੀਫਿਕੇਸ਼ਨ ਲੈਣੀ ਕੀ ਗਲਤ ਕੰਮ ਹੈ। ਲਖਨਪਾਲ ਜੀ, ਬਹੁਤ ਛੋਟਾ ਜਿਹਾ ਕਮੈਂਟ, ਇਹ ਵਾਰ-ਵਾਰ ਕਹਿ ਰਹੇ ਨੇ ਸਰੀਨ ਸਾਹਿਬ ਕਿ ਲਿੰਕ ਕਰਨਾ ਗਲਤ ਹੈ ਕਿਸਾਨ ਅੰਦੋਲਨ ਦੇ ਨਾਲ। ਮੈਂ ਤੁਹਾਨੂੰ ਰੋਕਿਆ ਸੀ। ਦੇਖੋ ਜੀ, ਹੋਰ ਕੀ ਜੋ ਗੱਲਾਂ ਹੋ ਰਹੀ ਹੈ, ਜਿਹੜੇ ਨੋਟਿਸ ਸਾਰੇ ਨੇ ਇਸ ਵੇਲੇ ਲੋਕਾਂ ਨੂੰ,
ਆਉਂਦਾ ਉਹਨਾਂ ਦਾ ਸਿਰਫ ਇੱਕੋ ਇੱਕ ਹੈਗਾ ਮਕਸਦ ਹੈਗਾ ਕਿ ਇਹਨਾਂ ਲੋਕਾਂ ਨੂੰ ਡਰਾਇਆ ਜਾਏ, ਧਮਕਾਇਆ ਜਾਏ ਔਰ ਇਹਨਾਂ ਦੀ ਆਵਾਜ਼ ਨੂੰ ਸਕਟਲ ਕੀਤਾ ਜਾਏ ਔਰ ਇਹਨਾਂ ਨੂੰ ਸੁਪਰੈਸ ਕੀਤਾ ਜਾਏ ਕਿ ਤੁਸੀਂ ਇਹ ਕੰਮ ਛੱਡੋ, ਐਜੀਟੇਸ਼ਨ ਛੱਡੋ। ਇਹ ਟਾਈਮਿੰਗ ਕਲੀਅਰਲੀ ਸ਼ੋ ਕਰਦਾ ਕਿ ਇਹਦਾ ਕਾਰਨ ਕੀ ਹੈ ਨੋਟਿਸ ਦਾ। ਉਹਨਾਂ ਨੂੰ ਦੱਸਣਾ ਚਾਹੀਦਾ ਕਿ ਇਹਨਾਂ ਨੇ ਕੀਤਾ ਕੀ ਹੈ, ਇਹਦੇ ਕਾਰਨ ਦੇ ਖਿਲਾਫ ਗੱਲ ਕੀ ਹੈਗੀ ਹੈ। ਔਰ ਮੈਂ ਸਮਝਦਾ ਕੋਈ ਵੀ ਮਹਿਮਾਨ ਸਾਡੇ ਨਾਲ ਬਣੇ ਹੋਏ ਨੇ ਇਸ ਗੱਲ ਨੂੰ ਅਲਾਉ ਨਹੀਂ ਕਰੇਗਾ। ਠੀਕ ਹੈ ਲਖਨਪਾਲ ਜੀ, ਮੈਂ ਦੁਬਾਰਾ ਫਿਰ ਆਪਾਂ ਆਉਣਾ ਤੁਹਾਡੇ ਕੋਲ, ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ। ਇਸ ਗੱਲਬਾਤ ਨੂੰ ਅਸੀਂ ਅੱਗੇ ਵਧਾਵਾਂਗੇ। ਸਿਰਸਾ ਜੀ ਸਾਡੇ ਨਾਲ ਜੁੜੇ ਰਹਿਣਗੇ ਕਿਉਂਕਿ ਬਲਦੇਵ ਸਿੰਘ ਸਿਰਸਾ ਹੋਰਾਂ ਨੂੰ ਖੁਦ ਨੂੰ ਨੋਟਿਸ ਆਇਆ, ਇਸੇ ਕਰਕੇ ਅਸੀਂ ਉਹਨਾਂ ਨੂੰ ਅੱਜ ਦੀ ਡਿਬੇਟ ਦੇ ਵਿੱਚ ਵਿਸ਼ੇਸ਼ ਤੌਰ ਤੇ ਇਨਵਾਈਟ ਕੀਤਾ ਸੀ ਔਰ ਉਹ ਸਾਡੇ ਨਾਲ ਜੁੜੇ ਨੇ। ਇੱਕ ਬਹੁਤ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆ ਕੇ ਇਸ ਗੱਲਬਾਤ ਨੂੰ ਅੱਗੇ ਵਧਾਉਣੇ ਆ। 3 ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ, ਬਲਦੇਵ ਸਿੰਘ ਸਿਰਸਾ ਜੀ, ਰੰਜਨ ਲਖਨਪਾਲ ਜੀ ਔਰ ਅਨਿਲ ਸਰੀਨ ਜੀ। ਬਹੁਤ ਬਹੁਤ ਮਿਹਰਬਾਨੀ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ। ਸੋ ਸਾਡਾ ਅੱਜ ਦਾ ਸਵਾਲ ਇੱਕ ਵਾਰੀ ਫਿਰ ਦੱਸ ਦਿੰਦੇ ਆ ਦਰਸ਼ਕਾਂ ਨੂੰ ਕਿ ਐਨਆਈਏ ਦੀ ਕਾਰਵਾਈ ਤੇ ਕਿਸਾਨ ਅੰਦੋਲਨ ਨੂੰ ਆਪਸ ਵਿੱਚ ਜੋੜਨਾ ਸਹੀ ਹੈ। ਇਹ ਅੱਜ ਦਾ ਸਵਾਲ ਹੈ। ਇਹ ਸਵਾਲ ਜਥੇਬੰਦੀਆਂ ਤੋਂ ਵੀ ਕੀਤਾ ਜਾ ਰਿਹਾ ਹੈ, ਇਹ ਸਵਾਲ ਸੱਤਾਧਾਰੀ ਪਾਰਟੀ ਤੋਂ ਵੀ ਕੀਤਾ ਜਾ ਰਿਹਾ ਔਰ ਇਹ ਸਵਾਲ ਜਿਹੜੇ ਐਕਸਪਰਟਸ ਨੇ ਉਹਨਾਂ ਤੋਂ ਵੀ ਕੀਤਾ ਜਾ ਰਿਹਾ। ਸੋ ਇਸ ਸਵਾਲ ਤੇ ਲੋਕਾਂ ਦੀ ਰਾਏ ਕੀ ਹੈ, ਇਸ ਦਾ ਜਵਾਬ ਅਸੀਂ ਇਸ ਡਿਬੇਟ ਦੇ ਅੰਤ ਦੇ ਵਿੱਚ ਦੇਵਾਂਗੇ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ। ਲਗਾਤਾਰ ਅਸੀਂ ਚਰਚਾ ਕਰ ਰਹੇ ਹਾਂ ਐਨਆਈਏ ਦੀ ਕਾਰਵਾਈ ਤੇ ਟਾਈਮਿੰਗ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ। ਸਾਡੇ ਨਾਲ 3 ਮਹਿਮਾਨ ਜੁੜੇ ਹੋਏ ਨੇ, ਬਲਦੇਵ ਸਿੰਘ ਸਿਰਸਾ ਕਿਸਾਨ ਆਗੂ ਨੇ, ਰੰਜਨ ਲਖਨਪਾਲ ਸੀਨੀਅਰ ਐਡਵੋਕੇਟ ਨੇ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਤੋਂ ਔਰ ਅਨਿਲ ਸਰੀਨ ਨੇ ਬੀਜੇਪੀ ਤੋਂ। ਸਿਰਸਾ ਸਾਹਿਬ, ਮੈਂ ਇੱਕ ਵਾਰੀ ਫਿਰ ਤੁਹਾਡੇ ਕੋਲ ਆਉਂਗਾ। ਜਿਹੜੀ ਗੱਲ ਸਰੀਨ ਸਾਹਿਬ ਕਰ ਰਹੇ ਸੀ ਜਾਂ ਲਖਨਪਾਲ ਜੀ ਕਹਿ ਰਹੇ ਨੇ, ਸਭ ਤੋਂ ਵੱਡਾ ਮਸਲਾ ਹੈ ਟਾਈਮਿੰਗ ਦਾ। ਟਾਈਮਿੰਗ ਨੂੰ ਲੈ ਕੇ ਸਭ ਤੋਂ ਵੱਡੇ ਸਵਾਲ ਚੱਕੇ ਜਾ ਰਹੇ ਹੈ ਔਰ ਕੁਝ ਤਰਕ ਸਰੀਨ ਸਾਹਿਬ ਨੇ ਦਿੱਤੇ ਸੀ। ਉਹਨਾਂ ਦੇ ਵਿੱਚ ਉਸ ਤਰਕ ਦੇ ਵਿੱਚ ਉਹਨਾਂ ਨੇ ਜਿਹੜੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਵੱਲੋਂ ਸਪੀਚ ਦਿੱਤੀ ਗਈ ਉਸ ਦਾ ਜ਼ਿਕਰ ਕੀਤਾ। ਫਿਰ ਉਹਨਾਂ ਨੇ ਦੀਪ ਸਿੱਧੂ ਦਾ ਜ਼ਿਕਰ ਕੀਤਾ ਕਿ ਦੀਪ ਸਿੱਧੂ ਨੂੰ ਕਿਸਾਨ ਜਥੇਬੰਦੀਆਂ ਨੇ ਹੀ ਬੋਲਣ ਨਹੀਂ ਦਿੱਤਾ, ਤਾਂ ਐਸੇ ਵਿੱਚ ਫਿਰ ਹੁਣ ਕਿਉਂ ਜਿਹੜਾ ਹੈ ਕਿੰਤੂ ਪਰੰਤੂ ਹੋ ਰਹੇ ਨੇ। ਸੋ ਉਸ ਸਭ ਨੂੰ ਤੁਸੀਂ ਕਿਸ ਲਿਹਾਜ਼ ਨਾਲ ਦੇਖ ਰਹੇ ਹੋ? ਨਹੀਂ, ਰਾਜੇਵਾਲ ਸਾਹਿਬ ਨੇ ਕੀ ਕਿਹਾ ਇੱਕ ਕਹਤੇ, ਕਿਉਂਕਿ ਮੇਰੇ ਤੋਂ ਪਹਿਲਾਂ ਗੱਲ ਹੋ ਚੁੱਕੀ ਸੀ। ਰਾਜੇਵਾਲ ਸਾਹਿਬ ਨੇ ਕੀ ਮਾੜਾ ਕਿਹਾ? ਜੀ ਜੀ, ਮੈਂ ਇਸੇ ਕਰਕੇ ਤੁਹਾਡੇ ਤੋਂ ਉਹ ਦੁਬਾਰਾ ਉਸ ਗੱਲ ਤੇ ਆਇਆ। ਹਾਂਜੀ ਹਾਂਜੀ, ਬੇਸਿਕਲੀ ਸਰੀਨ ਸਾਹਿਬ, ਮੈਂ ਚਾਹੂੰਗਾ ਤੁਸੀਂ ਜਿਹੜੀ ਗੱਲ ਪਹਿਲਾਂ ਕੀਤੀ ਸੀ ਸਿਰਸਾ ਸਾਹਿਬ ਤੋਂ ਫਿਰ ਉਸ ਦਾ ਜਵਾਬ ਲੈਣਾ। ਤੁਸੀਂ ਉਹ ਗੱਲ ਇੱਕ ਵਾਰੀ ਰਿਪੀਟ ਕਰੋ ਜਿਹੜੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਵਾਲੀ, ਕਿਹੜੀ ਗੱਲ ਤੇ ਤੁਸੀਂ ਇਤਰਾਜ਼ ਚੱਕ ਰਹੇ ਸੀ, ਤਾਂ ਕਿ ਮੈਂ ਉਹਨਾਂ ਤੋਂ ਫਿਰ ਕਲੀਅਰ ਕੱਟ ਜਵਾਬ। ਮੈਂ ਤਾਂ ਆਪਣੇ ਵੱਲੋਂ ਤੁਹਾਨੂੰ ਜਵਾਬ ਦਿੱਤਾ ਸੀ ਜਿੰਨਾ ਕੁ ਸੰਦਰਭ ਅਸੀਂ ਉਹਦਾ ਸਮਝਦੇ ਆ, ਪਰ ਫਿਰ ਵੀ ਤੁਸੀਂ ਜੀ। ਹਾਂ ਸਿਰਸਾ ਜੀ, ਮੈਂ ਉਹਨਾਂ ਦੇ ਸਪੀਚ ਤੇ ਪ੍ਰਸ਼ਨ ਨਹੀਂ ਕਰ ਰਿਹਾ ਹੈਗਾ, ਮੈਂ ਉਹਨਾਂ ਦੀ ਸਪੀਚ ਨੂੰ ਸਿਰਫ ਕੋਟ ਕਰ ਰਿਹਾ। ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਕਿਹਾ ਸੀਗਾ ਕਿ ਕੁਝ ਅਰਾਜਕ ਤੱਤਵ ਸਾਡੀ ਐਜੀਟੇਸ਼ਨ ਨੂੰ ਖਰਾਬ ਕਰਨਾ ਚਾਹੁੰਦੇ ਨੇ, ਕਿਰਪਾ ਕਰਕੇ ਉਹ ਇੱਕ ਹਰਕਤਾਂ ਨਾ ਕਰਨ। ਦੂਜੀ ਚੀਜ਼ ਉਹਨਾਂ ਨੇ ਇਹ ਕਹੀ ਕਿ ਕੁਝ ਲੋਕ ਸਾਡੀ ਐਜੀਟੇਸ਼ਨ ਨੂੰ ਧਾਰਮਿਕ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਔਰ ਕੁਝ ਲੋਕ ਜਿਹੜੇ ਖਾਲਿਸਤਾਨ ਦਾ ਜ਼ਿਕਰ ਕਰਦੇ ਪਏ ਨੇ, ਸਾਡੀ ਐਜੀਟੇਸ਼ਨ ਨੂੰ ਉਧਰਲੇ ਪਾਸੇ ਨਾ ਮੋੜਨ। ਸਾਡੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਜਿਹੜਾ ਵੀ ਏਜੰਡਾ ਹੈਗਾ ਬਾਹਰ ਜਾ ਕੇ ਕਰਨ। ਸਾਡੀ ਜਿਹੜੀ ਐਜੀਟੇਸ਼ਨ ਰੋਲ ਕਿਸਾਨੀ ਰਹਿੰਦੇ ਉਹਨਾਂ ਨੇ ਬੇਨਤੀ ਕੀਤੀ ਸੀ। ਜੀ ਠੀਕ ਹੈ, ਮੈਂ ਸਮਝ ਗਿਆ, ਤੁਹਾਡੀ ਗੱਲ ਆ ਗਈ ਸਿਰਸਾ ਸਾਹਿਬ। ਇਸ ਤੇ ਮੈਂ ਤੁਹਾਡੇ ਤੋਂ ਚਾਹੂੰਗਾ ਜਵਾਬ, ਥੋੜੀ ਕਲੈਰਿਟੀ ਕਰੋ। ਮੈਂ ਸਰੀਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਪਰ ਰਾਜੇਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਮੇਰੇ ਬਾਰੇ ਕਹੀ ਸੀ ਕਿ ਉਹ ਮੈਂ ਆ ਜਿਸ ਕਰਕੇ ਮੈਨੂੰ ਇਹ ਨੋਟਿਸ ਭੇਜਿਆ। ਬਸ ਇਸ ਸਵਾਲ ਦਾ ਜਵਾਬ ਦਿਓ। ਇੱਕ ਮਿੰਟ ਸਿਰਸਾ ਜੀ, ਮੈਂ ਇੱਕ ਮਿੰਟ, ਨੋਟਿਸ ਮੈਨੂੰ ਆਇਆ, ਇੱਕ ਬੇਨਤੀ ਕਰਦਾ। ਮੈਨੂੰ ਨੋਟਿਸ ਆਇਆ, ਕੋਈ ਕੱਟ ਤਾਂ ਨਹੀਂ ਪਿਆ, ਕੋਈ ਨੈਗੇਟਿਵ ਨਹੀਂ ਕਹਿ ਰਿਹਾ। ਮੈਂ ਤੇ ਕਹਿ ਰਿਹਾ ਉਹਨੇ ਬਹੁਤ ਅੱਛਾ ਕੀਤਾ ਉਸ ਚੀਜ਼ ਨੂੰ, ਮੈਂ ਤਾਂ ਉਸ ਚੀਜ਼ ਦੀ ਸ਼ਲਾਘਾ ਕਰ ਰਿਹਾ। ਯਾਰ ਗੱਲ ਇਹ ਨਹੀਂ ਸਰੀਨ ਸਾਹਿਬ ਜਿਤਾਇਆ ਸੀਗਾ ਮੈਂ, ਫਿਰ ਮੈਨੂੰ ਨੋਟਿਸ ਕਿਸ ਗੱਲ ਦਾ ਹੈ? ਮੈਨੂੰ ਇਹ ਤਾਂ ਦੱਸੋ ਵੀ ਮੈਨੂੰ ਨੋਟਿਸ ਆਇਆ ਉਹ ਕਿਸ ਗੱਲ ਦਾ ਨੋਟਿਸ ਦਿੱਤਾ ਗਿਆ?
ਵੀ ਕੀ ਜਿਹੜੀ ਰਾਜੇਵਾਲ ਸਾਹਿਬ ਨੇ ਗੱਲ ਕਹੀ, ਮੈਂ ਉਹ ਕੋਈ ਕੰਮ ਇਸ ਤਰ੍ਹਾਂ ਦਾ ਕਿਹੜਾ ਕੀਤਾ ਜਿਹੜਾ ਮੈਨੂੰ ਜਿਹੜਾ ਨੋਟਿਸ ਆਇਆ ਤੇ ਨੋਟਿਸ ਵੀ 48 ਘੰਟਿਆਂ ਦੇ ਵਿੱਚ ਪੇਸ਼ ਹੋਣਾ ਹੈ। ਇਹ ਕਿਸ ਗੱਲ ਤੇ ਨੋਟਿਸ ਆਇਆ? ਜਦੋਂ ਸਰਕਾਰ ਨਾਲ ਮੀਟਿੰਗ ਹੁੰਦੀ ਆ, ਮੇਰੀ ਡਿਬੇਟ ਹੋਈ ਆ ਰਿਪਬਲਿਕ ਟੀਵੀ ਚੈਨਲ ਤੇ, ਉੱਥੇ ਮੈਨੂੰ ਕਹਿੰਦੇ ਨੇ ਕਿਸਾਨ ਆਗੂ ਸਰਸਾ ਜੀ ਤੁਸੀਂ ਬਹੁਤ ਵਧੀਆ ਚੱਲ ਰਹੇ ਜੀ, ਤੇ ਨੋਟਿਸ ਮੈਨੂੰ ਕਿਸ ਗੱਲ ਦਾ? ਇਹ ਜਵਾਬ ਤਾਂ ਦਿਓ ਜਰਾ ਸਰੀਨ ਸਾਹਿਬ। ਦਿਓ ਜਵਾਬ ਸਰੀਨ ਸਾਹਿਬ। ਸਿਰਸਾ ਸਾਹਿਬ, ਇਸ ਗੱਲ ਦਾ ਜਵਾਬ ਮੇਰੇ ਕੋਲ ਕੋਈ ਇਖਤਿਆਰ ਨਹੀਂ ਹੈ ਕਿ ਮੈਂ NIA ਦੇ ਬਿਹਾਫ ਤੇ ਕੁਝ ਕਹਿ ਸਕਾਂ। ਮੈਂ ਭਾਰਤੀ ਜਨਤਾ ਪਾਰਟੀ ਦੇ ਅਧਿਕਾਰ ਖੇਤਰ ਦੇ ਵਿੱਚ ਤੇ ਕਹਿ ਸਕਦਾ ਵਾਂ। ਜਿਹੜਾ NIA ਦਾ ਪ੍ਰਸ਼ਨ ਹੈਗਾ ਉਹਦਾ ਜਵਾਬ ਤੇ NIA ਅਥਾਰਟੀਜ਼ ਹੀ ਦੇ ਸਕਦੀਆਂ ਨੇ ਕਿ ਕਿਸ ਲਿੰਕ ਦੇ ਨਾਲ, ਕਿਸ ਕਾਰਨ ਕਰਕੇ ਉਹਨਾਂ ਨੇ ਤੁਹਾਨੂੰ ਨੋਟਿਸ ਭੇਜਿਆ। ਸਿਰਸਾ ਜੀ, ਮੈਂ ਬੜੇ ਸਤਿਕਾਰ ਦੇ ਨਾਲ ਤੁਹਾਡੀ ਬੇਨਤੀ ਕਰਦਾ ਕਿ ਇਹਦਾ ਜਵਾਬ ਮੇਰੇ ਕੋਲ ਨਹੀਂ ਹੋ ਸਕਦਾ। ਸਰੀਨ ਸਾਹਿਬ, ਦਰਅਸਲ ਸਵਾਲ ਇਸ ਲਈ ਜ਼ਿਆਦਾ ਉੱਠ ਰਹੇ ਨੇ, ਇੱਕ ਵਿਅਕਤੀ ਨੂੰ ਨੋਟਿਸ ਆਇਆ ਜਿਸਨੇ ਉੱਥੇ ਲੰਗਰ ਲਗਾਏ, ਇੱਕ ਵਿਅਕਤੀ ਨੂੰ ਨੋਟਿਸ ਆਇਆ ਜਿਸਨੇ ਟਰਾਂਸਪੋਰਟੇਸ਼ਨ ਦੀ ਸੇਵਾ ਉੱਥੇ ਲਵਾਈ, ਇੱਕ ਵਿਅਕਤੀ ਨੂੰ ਨੋਟਿਸ ਆਇਆ ਜਿਹੜੇ ਕਲਾਕਾਰ ਨੇ ਉਸ ਮੋਰਚੇ ਨਾਲ। ਯਾਨੀ ਫਿਰ ਮੈਂ ਉਸੇ ਸਵਾਲ ਤੇ ਆ ਰਿਹਾ ਵੀ ਕੁੱਲ ਮਿਲਾ ਕੇ ਨੋਟਿਸ ਉਹਨਾਂ ਲੋਕਾਂ ਨੂੰ ਹੀ ਕਿਉਂ ਜਿਹੜੇ ਮੋਰਚੇ ਨਾਲ ਜੁੜੇ ਹੋਏ ਨੇ। ਔਰ ਦੂਸਰੀ ਸਭ ਤੋਂ ਵੱਡੀ ਗੱਲ ਟਾਈਮਿੰਗ ਦੀ। ਮੈਂ ਇੱਕ ਸਵਾਲ ਇਹਨਾਂ ਤੋਂ ਲੈ ਲੈਣਾ ਆਪਣਾ ਲਖਨਪਾਲ ਜੀ ਤੋਂ। ਲਖਨਪਾਲ ਜੀ, ਜਿਹੜੀ ਗੱਲ ਇਹ ਕਹਿ ਰਹੇ ਨੇ ਵੀ ਰੂਟੀਨ ਕਾਰਵਾਈ ਹੈ, ਜੇ ਕੋਈ ਐਸੀ ਗੱਲ ਹੁੰਦੀ ਹੈ ਤੇ ਜੇ ਉਹਨਾਂ ਨੂੰ ਲੋਕਾਂ ਨੂੰ ਨੋਟਿਸ ਚਲਾ ਗਿਆ ਤਾਂ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਦੇਖਣਾ। ਮੈਂ ਤੁਹਾਡੇ ਤੋਂ ਥੋੜਾ ਜਿਹਾ ਇਸ ਕਾਰਵਾਈ ਬਾਰੇ ਸਮਝਣਾ ਚਾਹੂੰਗਾ ਕਿਉਂਕਿ ਤੁਸੀਂ ਇਸ ਚੀਜ਼ ਨਾਲ ਬਹੁਤ ਲੰਮੇ ਸਮੇਂ ਤੋਂ ਵਾਸਤਾ ਹੋ। ਕਿਹੜੀਆਂ ਕਾਰਵਾਈਆਂ ਨੂੰ ਜਿਹੜਾ ਹੈ ਉਹ ਅਨਲਾਫੁਲ ਐਕਟੀਵਿਟੀਜ਼, ਜਿਹੜਾ ਯੂਆਪਾ ਐਕਟ ਦੀ ਗੱਲ ਹੁੰਦੀ ਹੈ ਅਨਲਾਫੁਲ ਪ੍ਰੀਵੈਂਸ਼ਨ ਐਕਟੀਵਿਟੀਜ਼, ਉਹ ਜਿਹੜੀਆਂ ਹੈਗੀਆਂ ਉਸ ਬਾਰੇ ਜੇ ਥੋੜਾ ਜਿਹਾ ਸਮਝਾ ਸਕੋ ਤਾਂ ਕਿਸ ਤਰੀਕੇ ਨਾਲ ਉਹ ਦੇਖੀਆਂ ਜਾਂਦੀਆਂ ਜਾਂ ਕਿਸ ਤਰੀਕੇ ਨਾਲ ਗਿਣੀਆਂ ਜਾਂ ਸਮਝੀਆਂ ਜਾਂਦੀਆਂ? ਇਹ ਜੀ ਜਿਹੜਾ ਕਾਨੂੰਨ ਹੈ NIA ਦਾ, ਇਹ ਉੱਥੇ ਨੋਟਿਸ ਜਾਂਦਾ ਜਿੱਥੇ ਬਹੁਤ ਸੰਗੀਨ ਜੁਰਮ ਹੋਇਆ ਹੋਏ। ਸਿਰਫ ਸ਼ੱਕ ਦੇ ਉੱਤੇ ਕਿਸੇ ਬੰਦੇ ਨੂੰ ਤੁਸੀਂ ਕਟਹਿਰੇ 'ਚ ਨਹੀਂ ਖੜੇ ਕਰ ਸਕਦੇ। ਤੀਜੀ ਗੱਲ ਇਹ ਹੈ ਕਿ ਮੈਂ ਪਿਛਲੇ 20 ਸਾਲ ਤੋਂ ਬਲਦੇਵ ਸਿੰਘ ਸਰਸਾ ਨੂੰ ਜਾਣਦਾ। ਜੇ ਇਹਨਾਂ ਦੇ ਖਿਲਾਫ 20 ਸਾਲਾਂ ਤੋਂ ਕੋਈ ਇਹੋ ਜਿਹਾ ਕੇਸ ਰਜਿਸਟਰ ਹੋਇਆ ਹੋਵੇ ਜਾਂ ਨੋਟਿਸ ਕਦੀ ਇਹਦਾ ਭੇਜਿਆ ਹੋਵੇ ਤੇ ਇਹ ਕਹਿਣ ਤੇ ਅੱਜ ਕੀ ਪਹਾੜ ਗਿਰ ਗਿਆ ਕਿ ਸਰਸਾ ਬਲਦੇਵ ਸਿੰਘ ਸਰਸਾ ਦੇ ਖਿਲਾਫ ਇਹ ਨੋਟਿਸ ਤੁਸੀਂ ਭੇਜਤਾ, ਜਾਂ ਤੁਸੀਂ ਕਿਸੇ ਗਾਇਕ ਦੇ ਖਿਲਾਫ ਭੇਜਤਾ, ਜਾਂ ਤੁਸੀਂ ਕਿਸੇ ਟਰਾਂਸਪੋਰਟਰ ਦੇ ਖਿਲਾਫ ਭੇਜਤਾ। ਕੀ ਐਡਾ ਪਹਾੜ ਗਿਰਿਆ ਸੀ ਕਿ ਇਸ ਵੇਲੇ ਜਦੋਂ ਇਹ ਲੋਕੀ ਜਦੋਂ ਇਸ ਮੂਵਮੈਂਟ ਵਿੱਚ ਜੁੜੇ ਹੋਏ ਨੇ ਇਹਨੂੰ ਨੋਟਿਸ ਭੇਜਿਆ ਗਿਆ, ਔਰ ਜੇ ਕੋਈ ਆਦਮੀ ਨੂੰ ਦੇਖੇ ਵੀ ਤੇ ਉਹ ਕੀ ਕਹੇਗਾ? ਉਹ ਇਹੀ ਕਹੇਗਾ ਕਿ ਇਹਨੂੰ ਸੁਪਰੈਸ ਕਰਨ ਲਈ, ਇਹਦੀ ਆਵਾਜ਼ ਬੰਦ ਕਰਨ ਲਈ, ਇਹਨੂੰ ਡਰਾਉਣ ਲਈ ਇਹ ਨੋਟਿਸ ਭੇਜਿਆ ਕਿ ਆਪਣਾ ਜੋ ਕਾਰਵਾਈ ਕਰ ਰਹੇ ਨੇ, ਆਪਣਾ ਕਾਨੂੰਨੀ ਧਰਮ ਨਿਭਾ ਰਹੇ ਨੇ, ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਏ। ਤਾਂ ਦੱਸੋ ਤਾਂ ਅਸੀਂ ਗੱਲ ਕੀ ਹੋਈ ਹੈਗੀ ਹੈ? ਸਿਰਫ ਔਰ ਸਿਰਫ ਸਰੀਨ ਸਾਹਿਬ, ਕਿਉਂਕਿ ਗਵਰਨਮੈਂਟ ਦੀ ਇੱਕ ਨੀਤੀ ਹੈ ਕਿ ਜਾਂ ਕਿਸੇ ਨੂੰ CBI ਰੇਡ ਕਰ ਦਿਓ, ਜਾਂ ਤੁਸੀਂ ਇਨਕਮ ਟੈਕਸ ਦਾ ਰੇਡ ਕਰ ਦਿਓ, ਜਾਂ ਤੁਸੀਂ worst to worst NIA ਦਾ ਰੇਟ ਕਰ ਦਿਓ। How can we allow all this to happen? Their action or the action of the government ਇਸ ਮੌਕੇ ਤੇ totally illegal। ਇਸ ਮੌਕੇ ਤੇ rather ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਲਖਨਪਾਲ for misuse of power। ਜੀ ਸਰੀਨ ਸਾਹਿਬ, ਹੁਣ ਜਿਵੇਂ ਲਖਨਪਾਲ ਜੀ ਗੱਲ ਕਰ ਰਹੇ ਨੇ, ਸੋ ਇੱਕ ਸਵਾਲ ਮੇਰਾ ਤੁਹਾਡੇ ਤੋਂ ਬੜਾ ਸਪੈਸੀਫਿਕ ਹੈ। ਤੁਸੀਂ ਸਿਰਸਾ ਸਾਹਿਬ, ਮੈਂ ਆ ਰਿਹਾ ਤੁਹਾਡੇ ਕੋਲੇ। ਇੱਕ ਸਵਾਲ ਮੈਂ ਸਰੀਨ ਸਾਹਿਬ ਤੋਂ ਮੇਰਾ ਬੜਾ ਸਪੈਸੀਫਿਕ ਹੈ ਕਿ ਸਰੀਨ ਸਾਹਿਬ, ਦੋ ਗੱਲਾਂ ਨੇ। ਪਿਛਲੇ ਦਿਨੀ ਵੀ ਇਸ ਗੱਲ ਦੀ ਚਰਚਾ ਹੋਈ ਕਿ ਜਦੋਂ ਦੋ ਧਿਰਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਸਰਕਾਰ ਦੇ ਵਿੱਚ ਚੱਲ ਰਹੀ ਹੈ, ਕਿਸਾਨ ਜਥੇਬੰਦੀਆਂ ਦੇ ਵਿੱਚ ਚੱਲ ਰਹੀ ਹੈ, ਉਸ ਵੇਲੇ ਇੱਕ ਸੀਜ਼ ਫਾਇਰ ਬੜਾ ਜ਼ਰੂਰੀ ਹੁੰਦਾ। ਆਪਾਂ ਕਹਿੰਦੇ ਆ ਕਿ ਗੱਲਬਾਤ ਨੂੰ ਅਸੀਂ ਸਾਰਥਕ ਮਾਹੌਲ ਵੱਲ ਲਿਜਾਣਾ ਚਾਹੁੰਦੇ ਆ, ਅਸੀਂ ਮਸਲਾ ਹੱਲ ਕਰਨਾ ਚਾਹੁੰਦੇ ਆ। ਜੇ ਫਿਰ ਪੈਰਲਲ ਇਹੋ ਜਿਹੀਆਂ ਐਕਟੀਵਿਟੀਆਂ ਚੱਲਣਗੀਆਂ ਤਾਂ ਫਿਰ ਮਸਲਾ ਹੱਲ ਕਿਵੇਂ ਹੋਊਗਾ ਤੇ ਕਿਹੜੇ ਪਾਸੇ ਗੱਲ ਜਾਊਗੀ? ਵਿਜੇਪਾਲ ਜੀ, ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਜੀ। ਇਹ ਕੋਈ ਜਿਨ੍ਹਾਂ ਵੀ ਲੋਕਾਂ ਨੂੰ ਨੋਟਿਸ ਗਿਆ ਹੈ, ਕੋਈ ਕੇਸ ਨਹੀਂ ਦਰਜ ਹੋਇਆ ਉਹਨਾਂ ਦੇ ਉੱਤੇ। ਇਹ ਗੱਲ ਸਾਨੂੰ ਬੜੀ ਕਲੀਅਰ ਸਮਝ ਲੈਣੀ ਚਾਹੀਦੀ ਹੈ ਜੀ। ਔਰ ਉਹਦੀ ਜਿਹੜੀ ਨੋਟਿਸ ਦੀ ਲੈਂਗੁਏਜ ਹੈ, ਮੇਰੇ ਕੋਲ ਇੱਕ ਨੋਟਿਸ ਇੱਕ ਕਾਪੀ ਹੈਗੀ ਹੈ। ਇਟ ਅਪੀਅਰਸ ਦੈਟ ਯੂ ਆਰ ਐਕੁਆਇੰਟਡ ਵਿਦ ਦ ਸਰਕਮਸਟੈਂਸਸ ਆਫ ਦ ਕੇਸ ਨੋਟਡ ਬਿਲੋ। ਤੁਹਾਡੇ ਕੋਲ ਉਹਦੀ ਜਾਣਕਾਰੀ ਸਾਡੀ ਸਮਝ ਮੁਤਾਬਕ ਹੋਏਗੀ।
ਇਹ ਸਿਰਫ ਇਹ ਨੋਟਿਸ ਆਇਆ, ਕੋਈ ਕੇਸ ਨਹੀਂ ਦਰਜ ਹੋਇਆ ਜਿਹੜਾ ਆਪਾਂ ਉਹਨੂੰ ਇਹ ਕਹਿ ਦਈਏ ਜੀ ਕਿ ਸਿਰਸਾ ਸਾਹਿਬ ਦੇ ਉੱਤੇ ਬਹੁਤ ਵੱਡਾ ਇੱਕ ਐਲੀਗੇਸ਼ਨ ਲੱਗ ਗਿਆ ਜਾਂ ਉਹ ਲੱਗ ਗਿਆ। ਐਸਾ ਨਹੀਂ ਹੈਗਾ, ਆਪਾਂ ਉਹਦੀ ਲੈਂਗੁਏਜ ਤੇ ਪੜ੍ਹ ਲਈਏ ਔਰ ਮੇਰਾ ਖਿਆਲ ਹੈ ਕਿ ਇਹੀ ਲੈਂਗੁਏਜ ਸਾਰਿਆਂ ਵਾਸਤੇ ਗਈ ਹੋਏਗੀ ਜਿਹੜੇ ਸਿਰਸਾ ਸਾਹਿਬ ਕੁਝ ਕਹਿਣਾ ਚਾਹ ਰਹੇ ਹੈ ਇਟ ਇਜ਼ ਅ ਵੈਰੀ ਚਾਰ ਲਾਈਨਾਂ ਨੇ ਉਹਦੇ ਚ। It appears that you are acquainted with the circumstances of the case। ਸਿਰਸਾ ਸਾਹਿਬ ਇਹਦਾ ਜਵਾਬ ਜ਼ਿਆਦਾ ਬਿਹਤਰ ਦੇ ਸਕਦੇ ਆ। ਸਿਰਸਾ ਸਾਹਿਬ ਸਿਰਫ ਇੰਨੀ ਕੁ ਬੇਨਤੀ ਹੈ ਜੀ, ਮੈਂ ਬੇਨਤੀ ਕਰਾਂ, ਮੇਰੇ ਤੇ ਜਿਹੜਾ ਮੈਨੂੰ ਨੋਟਿਸ ਹੋਇਆ ਉਹ ਇਸ ਕਰਕੇ ਹੋਇਆ, ਮੈਂ ਦੱਸਣਾ ਚਾਹੁੰਦਾ ਸਰੀਨ ਸਾਹਿਬ ਨੂੰ ਤੇ ਸਮੂਹ ਸਰੋਤਿਆਂ ਨੂੰ ਜੀ। ਇਸ ਕਰਕੇ ਆ ਕਿ 2 ਦਸੰਬਰ ਦੀ ਰਾਤ ਨੂੰ 6 ਲੜਕੇ 2 ਲੜਕੀਆਂ ਫੜੀਆਂ ਮੈਂ, ਜਿਨ੍ਹਾਂ ਨੇ ਸਾਰੀ ਗੱਲਬਾਤ ਇਹ ਮੰਨੀ ਤੇ ਲੜਕੀਆਂ ਜਿਹੜੀਆਂ ਸੀ ਉਹ ਮੈਂ ਪੁਲਿਸ ਦੇ ਹਵਾਲੇ ਨਹੀਂ ਕੀਤੀਆਂ ਕਿ ਮੇਰੀ 80 ਸਾਲ ਦੀ ਉਮਰ ਹੈ। ਮੈਂ ਸੋਚਿਆ ਵੀ ਇਹ ਲੜਕੀਆਂ ਜਿਹੜੀਆਂ ਨੇ ਜੇ ਮੈਂ ਫੜਾਤੀਆਂ ਤੇ ਇਹਨਾਂ ਦਾ ਜੀਵਨ ਬਰਬਾਦ ਹੋ ਜਾਏਗਾ, ਇਹਨਾਂ ਦੇ ਜਿਹੜੇ ਮਾਪੇ ਨੇ ਉਹਨਾਂ ਦੀ ਸਮਾਜ ਦੇ ਵਿੱਚ ਬਹੁਤ ਮਿੱਟੀ ਪਲੀਤ ਹੋਏਗੀ। ਉਹ ਲੜਕੀਆਂ ਮੈਂ ਛੱਡਤੀਆਂ, ਲੜਕੇ ਮੈਂ ਫੜਾਤੇ। ਉਹਨਾਂ ਲੜਕਿਆਂ ਨੂੰ ਬਚਾਉਣ ਵਾਸਤੇ ਐਸਡੀਐਮ ਸਾਹਿਬ ਅਤੇ ਐਸਐਸਪੀ ਸਾਹਿਬ ਦੀ ਤਾਂ ਗੱਲ ਵੱਖਰੀ ਹੈ ਕਿ ਡੀਸੀ ਸਾਹਿਬ ਸੋਨੀਪਤ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਔਰ ਬਚਾਇਆ ਵੀ ਆ। ਜਿਹੜੇ ਮੈਂ ਉਹਨਾਂ ਨੂੰ ਜਿਹੜੀ ਸਫਾਈ ਉਹਨਾਂ ਨੇ ਪੇਸ਼ ਕੀਤੀ, ਮੈਂ ਕਿਹਾ ਮੈਨੂੰ ਡਾਕੂਮੈਂਟ ਦੇ ਦਿਓ, ਅਜੇ ਤੱਕ ਨਹੀਂ ਦਿੱਤੇ। ਉਸ ਤੋਂ ਬਾਅਦ ਮੈਂ ਫਿਰ ਲੜਕੀਆਂ ਫੜਾਈਆਂ ਨੇ ਤੇ ਇੱਕ ਆ ਮੇਰੇ ਕੋਲੇ FIR ਹੈ 652 ਨੰਬਰ FIR ਨੰਬਰ ਹੈ, ਥਾਣਾ ਕੁੰਡਲੀ ਚ ਮੈਂ ਦਰਜ ਕਰਾਈ ਆ। ਇਸ ਬੰਦੇ ਦਾ ਨਾਮ ਹੈ ਰਾਮ ਪ੍ਰਕਾਸ਼ ਔਰ ਇਹਨੇ ਜੋ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ਲਈ, ਇਹਨੂੰ ਹਿੰਸਕ ਰੂਪ ਦੇਣ ਲਈ ਜੋ ਉੱਥੇ ਕਾਰਨਾਮੇ ਕਰਨੇ ਸੀ, ਉਹਨੇ ਸਨਸਨੀਖੇਜ ਖੁਲਾਸੇ ਕੀਤੇ ਜਿਹੜੇ ਪੁਲਿਸ ਨੂੰ ਦੱਸ ਦਿੱਤੇ ਗਏ ਔਰ ਇਹ ਇੱਕ ਸਬੂਤ ਹੈ ਲਿਖਤੀ। ਔਰ ਇਸ ਕਰਕੇ ਔਰ ਮੈਂ ਸਟੇਜ ਤੇ ਵੀ ਬੋਲਦਾ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਇਹ ਵਜ੍ਹਾ ਰਹੀ ਹੈ ਤੁਹਾਨੂੰ ਨੋਟਿਸ ਦੀ। ਆਪਣੇ ਕੋਲ ਸਮਾਂ ਘੱਟ ਹੈ, ਮੈਂ ਸਰੀਨ ਸਾਹਿਬ ਤੋਂ ਇਸ ਤੇ ਕਮੈਂਟ ਜ਼ਰੂਰ ਲੈਣਾ ਚਾਹੂੰਗਾ। ਸਰੀਨ ਸਾਹਿਬ, ਉਹਨਾਂ ਨੇ ਜਿਹੜੀ ਗੱਲ ਦੱਸੀ ਹੈ, ਮੈਂ ਫਿਰ ਇੱਕ ਵਾਰੀ ਉਸੇ ਗੱਲ ਤੇ ਆ ਜਾਣਾ ਜਿਹੜਾ ਤੁਸੀਂ ਰਾਜੇਵਾਲ ਸਾਹਿਬ ਦਾ ਜ਼ਿਕਰ ਕਰ ਰਹੇ ਸੀ। ਉਹਨਾਂ ਨੇ ਵੀ ਖਦਸ਼ੇ ਇਹੀ ਜਤਾਏ ਕਿ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਸਾਬੋਟਾਜ ਕਰਨ ਦੀਆਂ ਔਰ ਉਹਨਾਂ ਵੱਲੋਂ ਵੀ ਇਲਜ਼ਾਮ ਸਰਕਾਰਾਂ ਤੇ ਲਗਾਏ ਗਏ ਨੇ ਕਿ ਸਰਕਾਰਾਂ ਐਸੀਆਂ ਕੋਸ਼ਿਸ਼ਾਂ ਕਰਦੀਆਂ ਨੇ, ਜਾਂ ਜਿਹੜੀ ਉਦਾਹਰਨ ਸਿਰਸਾ ਸਾਹਿਬ ਦੇ ਰਹੇ ਨੇ, ਇਸ ਕਰਕੇ ਸਾਬੋਟਾਜ ਕਰਨ ਦੀਆਂ ਕੋਸ਼ਿਸ਼ਾਂ, ਇਸ ਕਰਕੇ ਉਹਨਾਂ ਵੱਲੋਂ ਵੀ ਅਲਰਟ ਕੀਤਾ ਗਿਆ ਸੀ ਲੋਕਾਂ ਨੂੰ, ਜਿਹੜੀ ਚੀਜ਼ ਨੂੰ ਤੁਸੀਂ ਕੋਟ ਕਰ ਰਹੇ ਹੋ। ਜੀ ਵਿਜੇ ਜੀ, ਮੇਰੀ ਬੇਨਤੀ ਹੈ ਕਿ ਸਿਰਫ ਉਸ ਸਪੀਚ ਦੇ ਉੱਤੇ ਤੁਸੀਂ ਭਾਵੇਂ ਦੁਬਾਰਾ ਡਿਬੇਟ ਰੱਖ ਲਓ, ਕੋਈ ਖਰਚਾ ਇਹ ਨਹੀਂ ਏਜੰਸੀਆਂ ਤੇ ਕੀਤਾ। ਉਹਨੇ ਕਿਹਾ ਸਾਡੇ ਇੱਥੇ ਲੋਕ ਲਾਣਾ ਚਾਹੁੰਦੇ ਨੇ, ਬੇਨਤੀ ਹੈ ਇਹ ਕੰਮ ਨਾ ਕਰਨ। ਸਾਡੇ ਕੁਝ ਲੋਕ ਜਿਹੜੇ ਇੱਥੇ ਆਏ ਹੋਏ ਨੇ, ਇਹ ਸ਼ਬਦ ਨੇ ਉਹਨਾਂ ਦੇ, ਜਿਹੜੇ ਇਸ ਸਾਰੇ ਸਾਡੇ ਐਜੂਕੇਸ਼ਨ ਨੂੰ ਧਾਰਮਿਕ ਰੂਪ ਦੇਣਾ ਚਾਹੁੰਦੇ ਨੇ, ਉਹ ਕਿਰਪਾ ਕਰਕੇ ਨਾ ਦੇਣ। ਕੁਝ ਲੋਕ ਖਾਲਿਸਤਾਨ ਦਾ ਇਸ਼ੂ ਲੈ ਕੇ ਇੱਥੇ ਆਪਣਾ ਮੰਤਵ ਪੂਰਾ ਕਰਨਾ ਚਾਹੁੰਦੇ ਨੇ। ਮੇਰੀ ਉਹਨਾਂ ਨੂੰ ਬੇਨਤੀ ਹੈ, ਪਰ ਜਿਹੜੀ ਸਿਰਸਾ ਸਾਹਿਬ ਗੱਲ ਕਰ ਰਹੇ ਨੇ ਉਹਦੇ ਚ ਤਾਂ ਕੋਈ ਐਸਾ ਬੰਦਾ ਨਹੀਂ ਸੀ ਨਾ। ਉਹ ਤਾਂ ਕਹਿੰਦੇ ਅਸੀਂ ਤਾਂ ਬੰਦੇ ਫੜੇ, ਉਸ ਤੋਂ ਬਾਅਦ ਅਸੀਂ ਪਰਚਾ ਦਰਜ ਕਰਾਇਆ ਔਰ ਹੁਣ ਸਾਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ। ਇਹ ਦੱਸ ਦੇਣ ਵੀ FIR ਤੇ ਕੀ ਕੀਤਾ ਇਹਨਾਂ ਨੇ, ਕਿ ਪੁੱਛੋ ਇਹਨਾਂ ਤੋਂ FIR ਤੇ ਕੀ ਕੀਤਾ। ਓਏ ਇੱਕ ਮਿੰਟ ਜੀ ਸਿਰਸਾ ਜੀ, ਮੈਂ ਤੁਹਾਡੇ ਤੋਂ ਪ੍ਰਸ਼ਨ ਚੱਕਦਾ ਹੀ ਨਹੀਂ ਪਿਆ। ਮੈਂ ਤੇ ਇਹ ਕਹਿ ਰਿਹਾ ਕਿ ਈਵਨ ਰਾਜੇਵਾਲ ਸਾਹਿਬ ਨੇ ਬੜਾ ਅੱਛਾ ਇਹ ਕੀਤਾ, ਮੈਂ ਤਾਂ ਉਹਦੀ ਸ਼ਲਾਘਾ ਕਰਦਾ ਪਿਆ, ਉਹਨਾਂ ਨੇ ਇਹ ਗੱਲ ਕੀਤੀ ਹੈ। ਮੈਂ ਉਹਨਾਂ ਨੂੰ ਉਹ ਰਾਜੇਵਾਲ ਦੀ ਗੱਲ ਕਰੀ ਜਾਂਦੇ ਨੇ, ਇਹਦਾ ਜਵਾਬ ਦਿਓ ਸਰੀਨ ਸਾਹਿਬ, ਇਹਦਾ ਜਵਾਬ ਦਿਓ। ਚਲੋ ਮੈਂ ਇੱਕ ਆਖਰੀ ਕਮੈਂਟ ਆਪਣਾ ਲਖਨਪਾਲ ਜੀ ਤੋਂ ਲੈਣਾ। ਲਖਨਪਾਲ ਜੀ, ਜੋ ਗੱਲਾਂ ਬਾਤਾਂ ਹੋਈਆਂ ਨੇ ਤੁਸੀਂ ਸੁਣੀਆਂ, ਇੱਕ ਆਖਰੀ ਕਮੈਂਟ ਚਾਹੂੰਗਾ ਬਹੁਤ ਘੱਟ ਸ਼ਬਦਾਂ 'ਚ, ਕਿਸ ਲਿਹਾਜ਼ ਨਾਲ ਇਸ ਪੂਰੀ ਕਾਰਵਾਈ ਨੂੰ ਦੇਖ ਰਹੇ ਹੋ? ਮੈਂ ਸਮਝਦਾ ਜੀ ਕਿ ਜੋ ਸਰਕਾਰ ਕਰ ਰਹੀ ਹੈ ਔਰ ਜਿਹੜੇ ਤਰੀਕੇ ਅਪਣਾ ਰਹੀ ਹੈ, ਇਹਦੇ ਨਾਲ ਕੋਈ ਹੱਲ ਹੋਣਾ ਨਹੀਂ। ਇਹਨਾਂ ਚਲਾਕੀਆਂ ਦਾ ਕੋਈ ਫਾਇਦਾ ਨਹੀਂ ਹੁੰਦਾ, ਸਿਰਫ ਗੱਲ ਵਿਗੜਦੀ ਹੈ, ਸੁਧਰਦੀ ਨਹੀਂ ਹੈ। ਸਰਕਾਰ ਨੂੰ ਚਾਹੀਦਾ ਕਿ ਸਿੱਧੇ ਸਿੱਧੇ ਰਹਿਣ ਔਰ ਆਰਾਮ ਨਾਲ ਕੰਮ ਸਾਰੀ ਗੱਲ ਨੂੰ ਸੁਣਨ ਔਰ ਜੋ ਗੱਲ ਬਣਦੀ ਹੈ ਉਹ ਕਰਨ। ਕਿਸੇ ਨੂੰ ਇੱਦਾਂ ਸੁਪਰੈਸ ਕਰਨਾ, ਹੋਰ ਤਰੀਕੇ ਅਪਣਾਉਣੇ, ਝੂਠੇ ਕੇਸ ਪਾਣੇ, ਇਹ ਸਰਕਾਰ ਦੇ ਪੁਰਾਣੇ ਤਰੀਕੇ ਨੇ ਜਿਹਨਾਂ ਨੂੰ ਇਹਨਾਂ ਨੂੰ ਨਹੀਂ ਅਪਣਾਉਣਾ ਚਾਹੀਦਾ। ਔਰ ਸਾਫ਼ ਨੀਅਤ ਨਾਲ ਕੰਮ ਕਰੋ ਤੇ ਕੰਮ ਸਹੀ ਹੋਊਗਾ। ਔਰ ਜਿਹੜੇ ਤਰੀਕੇ ਅਪਣਾ ਰਹੇ ਨੇ ਅਸੀਂ ਇਹਦੀ ਬਹੁਤ ਬਹੁਤ ਧੰਨਵਾਦ, ਪੂਰੀ ਨਿੰਦਾ ਕਰਦੇ ਹਾਂ। ਜੀ 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 ਚਲੋ ਬਹੁਤ ਬਹੁਤ ਧੰਨਵਾਦ ਜੀ ਸਾਰੇ ਮਹਿਮਾਨਾਂ ਦਾ। ਮੇਰੇ ਕੋਲ ਸਮਾਂ ਖਤਮ ਹੋ ਗਿਆ, ਗੱਲਬਾਤ ਤਾਂ ਹੋਰ ਵੀ ਬੜੀ ਸਾਰੀ ਸੀ, ਪਰ ਫਿਰ ਹੋਰ ਜਿਹੜੀਆਂ ਅਗਲੀਆਂ ਡਿਬੇਟਾਂ ਨੇ ਉਸ ਦੇ ਬਾਅਦ ਨੂੰ ਅੱਗੇ ਵਧਾਵਾਂਗੇ, ਕਰਾਂਗੇ। ਅੱਜ ਦੇ ਲਈ
ਫਿਲਹਾਲ ਧੰਨਵਾਦ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ, ਇਸ ਮੁੱਦੇ ਤੇ ਗੱਲਬਾਤ ਕਰਨ ਲਈ। ਸੋ ਅੱਜ ਦਾ ਸਾਡਾ ਮੁੱਦਾ ਇਹੀ ਕਿ NIA ਦੀ ਇਸ ਕਾਰਵਾਈ ਨੂੰ ਕਿਸ ਲਿਹਾਜ਼ ਨਾਲ ਦੇਖਿਆ ਜਾ ਰਿਹਾ ਹੈ, ਕਿਸਾਨ ਉਸ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਨੇ, ਸਰਕਾਰ ਉਸ ਤੇ ਕੀ ਤਰਕ ਦੇ ਰਹੀ ਹੈ ਔਰ ਜਿਹੜੇ ਐਕਸਪਰਟਸ ਨੇ ਉਹਨਾਂ ਦੇ ਕੀ ਵਿਊ ਪੁਆਇੰਟ ਨੇ। ਇਸ ਗੱਲਬਾਤ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਆ ਕੇ ਅਸੀਂ ਦਰਸ਼ਕਾਂ ਦੀ ਰਾਏ ਦੱਸਾਂਗੇ, ਜਵਾਬ ਦੇਵਾਂਗੇ ਜਿਹੜਾ ਅੱਜ ਦਾ ਸਾਡਾ ਸਵਾਲ ਅਸੀਂ ਇਸ ਡਿਬੇਟ ਦੀ ਸ਼ੁਰੂਆਤ ਦੇ ਵਿੱਚ ਪੁੱਛਿਆ ਸੀ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਸੋ ਹੁਣ ਗੱਲ ਕਰਦੇ ਹਾਂ ਅੱਜ ਦੇ ਸਵਾਲ ਦੇ ਜਵਾਬ ਦੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਇਸ ਡਿਬੇਟ ਦੀ ਸ਼ੁਰੂਆਤ ਵਿੱਚ ਅਸੀਂ ਇਹ ਸਵਾਲ ਪੁੱਛਿਆ ਸੀ ਕਿ ਕੀ NIA ਦੀ ਕਾਰਵਾਈ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਨਾ ਸਹੀ ਹੈ। ਤਾਂ ਜੋ ਜਵਾਬ ਸਾਡੇ ਕੋਲੇ ਪਹੁੰਚੇ ਨੇ 80% ਜਵਾਬ ਹਾਂ ਦੇ ਵਿੱਚ ਆਏ ਨੇ ਤੇ 20% ਨਾ ਦੇ ਵਿੱਚ ਆਏ ਨੇ। ਯਾਨੀ ਜਿਹੜੇ ਦਰਸ਼ਕਾਂ ਨੇ ਸਾਨੂੰ ਜਵਾਬ ਭੇਜੇ ਨੇ 80% ਲੋਕ ਮੰਨਦੇ ਨੇ ਕਿ ਹਾਂ ਬਿਲਕੁਲ ਇਸ ਕਾਰਵਾਈ ਨੂੰ ਕਿਸਾਨੀ ਅੰਦੋਲਨ ਨਾਲ ਜੋੜਿਆ ਜਾਣਾ ਚਾਹੀਦਾ ਹੈ ਜਾਂ ਜੋੜਿਆ ਜਾਣਾ ਠੀਕ ਹੈ, ਔਰ 20% ਲੋਕ ਮੰਨਦੇ ਨੇ ਕਿ ਨਹੀਂ, ਇਸ ਕਾਰਵਾਈ ਨੂੰ ਕਿਸਾਨੀ ਅੰਦੋਲਨ ਨਾਲ ਜੋੜਨਾ ਠੀਕ ਨਹੀਂ। 80% ਲੋਕਾਂ ਨੇ ਹਾਂ ਦੇ ਵਿੱਚ ਆਪਣੀ ਰਾਏ ਭੇਜੀ ਔਰ 20% ਲੋਕ ਇਹ ਮੰਨਦੇ ਨੇ ਕਿ ਨਹੀਂ। ਸੋ ਅੱਜ ਦੀ ਇਸ ਗੱਲਬਾਤ ਨੂੰ, ਇਸ ਡਿਬੇਟ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਹਾਂ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਖਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।